ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਬ੍ਰਹਮ ਬਿੰਦ ਹੈ ਤੇ ਬ੍ਰਹਮਣਾ, ਜੇ ਚੱਲੈ ਸਤਿਗੁਰ ਪਾਏ। ਜਿਨ ਕੈ ਹਿਰਦੈ ਹਰਿ ਵਸੈ, ਹਉ ਮੈਂ ਰੋਗ ਗਵਾਏ। ਬ੍ਰਹਮ ਬਿੰਦ ਹੈ ਤੇ ਬ੍ਰਹਮਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੋਗੀ ਅਟਲ, ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਿਲਾਵਲ ਦੀ ਵਾਰ ਦਾ ਇਹ ਪਵਿੱਤਰ ਪਾਵਨ ਤੀਸਰਾ ਸ਼ਲੋਕ ਉਚਾਰਨ ਕਰਕੇ ਇੱਕ ਜਾਤ ਦੇ ਅਭਿਮਾਨੀ ਬ੍ਰਾਹਮਣ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਉਹ ਜਾਤ ਅਭਿਮਾਨੀ ਬ੍ਰਾਹਮਣ ਸਤਿਗੁਰਾਂ ਕੋਲ ਆ ਕੇ ਕਹਿਣ ਲੱਗਾ ਕਿ ਮੈਂ ਬ੍ਰਾਹਮਣ ਹਾਂ। ਤੇ ਮਹਾਰਾਜ ਕਹਿੰਦੇ, ਹੇ ਭਾਈ, ਬ੍ਰਾਹਮਣ ਬਣਨਾ ਬੜਾ ਔਖਾ ਹੈ। ਸੁਣ, ਬ੍ਰਾਹਮਣ ਕਹਿੰਦੇ ਕਿਹਨੂੰ ਹਨ? ਬ੍ਰਹਮ ਬਿੰਦ ਹੈ ਤੇ ਬ੍ਰਹਮਣਾ। ਜਿਹੜਾ ਬ੍ਰਹਮ ਵਿਆਪਕ ਪਰਮੇਸ਼ਰ ਨੂੰ ਜਾਣ ਲੈਂਦਾ ਹੈ ਤੇ ਭਾਵ ਬ੍ਰਹਮ ਨੂੰ ਜਾਣਨਾ ਇਹੀ ਹੈ ਜੋ ਹਰ ਵਕਤ ਉਹਦੇ ਧਿਆਨ ਵਿੱਚ ਜੁੜਿਆ ਰਹਿੰਦਾ ਹੈ, ਉਹੀ ਅਸਲ ਬ੍ਰਾਹਮਣ ਹੈ। ਜੇ ਚੱਲਣਾ ਹੈ ਸਤਿਗੁਰ ਪਾਏ। ਬ੍ਰਹਮ ਨੂੰ ਜਾਣਦਾ ਕੌਣ ਹੈ? ਜਿਹੜਾ ਆਪਣੀ ਮਨਮਤ ਛੱਡ ਕੇ ਸੱਚੇ ਗੁਰੂ ਦੇ ਅਨੁਸਾਰ ਹੋ ਕੇ ਚੱਲਦਾ ਹੈ, ਉਹ ਬ੍ਰਹਮ ਨੂੰ ਜਾਣਦਾ ਹੈ। ਬ੍ਰਹਮ ਬਿੰਦ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ। ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰ ਹੈ। ਜੋ ਹਰ ਹਿਰਦੈ ਸਦਾ ਵਸਾਏ। ਜਿਨ ਕੈ ਹਿਰਦੈ ਹਰਿ ਵਸੈ। ਜਿਨ੍ਹਾਂ ਬ੍ਰਾਹਮਣਾਂ ਦੇ ਹਿਰਦੇ ਚਿੱਤ ਵਿੱਚ ਹਰੀ ਪਰਮੇਸ਼ਰ ਜਾਂ ਪਰਮੇਸ਼ਰ ਦਾ ਨਾਮ ਵਸਦਾ, ਨਿਵਾਸ ਕਰਦਾ ਹੈ। ਆਹੋ ਮੈਂ ਰੋਗ ਗਵਾਏ। ਉਹਨਾਂ ਦੇ ਅੰਦਰ ਪਰਮੇਸ਼ਰ ਹੰਗਤਾ ਰੂਪ ਰੋਗ ਗਵਾ ਦਿੰਦਾ, ਦੂਰ ਕਰ ਦਿੰਦਾ ਹੈ। ਗੁਣ ਰਵਾਇ ਗੁਣ ਸੰਗ੍ਰਹਿ। ਉਹ ਬ੍ਰਾਹਮਣ ਪਰਮੇਸ਼ਰ ਦੇ ਜਸ ਰੂਪ ਗੁਣਾਂ ਨੂੰ ਰਸਨਾ ਦੇ ਨਾਲ ਉਚਾਰਨ ਕਰਦੇ ਹਨ, ਅਰ ਹਰ ਵਕਤ ਹਿਰਦੇ ਵਿੱਚ ਵੀ ਸ਼ੁਭ ਗੁਣਾਂ ਨੂੰ ਇਕੱਤਰ ਕਰਦੇ, ਭਾਵ ਧਾਰਨ ਕਰਦੇ ਹਨ। ਜੋਤੀ ਜੋਤ ਮਿਲਾਏ। ਇਸੇ ਕਰਕੇ ਪ੍ਰਕਾਸ਼ ਰੂਪ ਪਰਮੇਸ਼ਰ ਨੇ ਉਹਨਾਂ ਦੀ ਪ੍ਰਤੱਖ ਜੋਤ
ਆਪਣੇ ਵਿੱਚ ਮਿਲਾ ਲੈਣਾ ਕੀਤੀ ਹੈ। ਇਸ ਜੁਗ ਮਹਿ ਵਿਰਲੇ ਬ੍ਰਾਹਮਣ ਇਸ ਕਲਯੁਗ ਦੇ ਘੋਰ ਸਮੇਂ ਵਿੱਚ ਐਸੇ ਵਿਰਲੇ ਵਾਂਝੇ ਟਾਵੇਂ ਟਾਵੇਂ ਹੀ ਬ੍ਰਾਹਮਣ ਹਨ। ਬ੍ਰਹਮ ਬਿੰਦਾ ਹੈ ਚਿਤ ਲਾਏ ਜੋ ਗੁਰਾਂ ਦੁਆਰਾ ਨਾਮ ਦੇ ਵਿੱਚ ਚਿਤ ਲਾ ਕੇ ਬ੍ਰਹਮ ਪਰਮੇਸ਼ਰ ਨੂੰ ਬਿੰਦਾ ਹੈ ਜਾਣਦੇ ਹਨ। ਹੁਣ ਬ੍ਰਾਹਮਣ ਤਾਂ ਇੱਥੇ ਕੋਈ ਬੈਠਾ ਨਹੀਂ ਹੋਇਆ, ਆਪਾਂ ਸਿੱਖ ਖਾਲਸੇ ਹੀ ਬੈਠੇ ਹੋਏ ਹਾਂ। ਇਸ ਲਈ ਬ੍ਰਾਹਮਣ ਦਾ ਅਰਥ ਖਾਲਸੇ ਤੇ ਤੁਸੀਂ ਸਿੱਖ ਆਪਣੇ ਆਪ ਸਮਝ ਲਓ। ਜਿਵੇਂ ਅਕਾਲ ਉਸਤਤ ਦੇ ਵਿੱਚ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਫਰਮਾਇਆ, ਆਤਮ ਰਸ ਜੀ ਜਾਣਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਜਕ ਨਾਹੀ ਨ ਭੇਵ। ਇਸ ਲਈ ਇਹ ਜਿਹੜਾ ਉਪਦੇਸ਼ ਹੈ ਇਕੱਲੇ ਬ੍ਰਾਹਮਣ ਨੂੰ ਨਹੀਂ ਹੈ, ਕੋਈ ਵੀ ਜਾਤ ਅਭਿਮਾਨੀ ਹੈ। ਜੇ ਆਪਾਂ ਕਹਿੰਦੇ ਹਾਂ ਕਿ ਆਪਾਂ ਸਿੰਘ ਸਾਹਿਬਾਂ ਦਾ ਸਾਨੂੰ ਵੀ ਹੈ, ਸੋ ਇਸ ਵਾਸਤੇ ਜੇ ਆਪਾਂ ਖਾਲਸਾ ਕਹਿੰਦੇ ਹਾਂ ਤਾਂ ਉਹਨਾਂ ਨੂੰ ਵੀ ਹੈ। ਜੇ ਆਪਾਂ ਗੁਰੂ ਜੀ ਦੇ ਸਿੱਖ ਹਾਂ ਤਾਂ ਗੁਰੂ ਜੀ ਦੀ ਸਿੱਖਿਆ ਦੇ ਦੁਆਰਾ ਜੇ ਤਾਂ ਬ੍ਰਹਮ ਨੂੰ ਜਾਣ ਲਈਏ ਤੇ ਸਿੱਖੀ ਸਿੱਖਿਆ ਗੁਰ ਵਿਚਾਰ ਤਾਂ ਹੀ ਸਿੱਖ ਹਾਂ। ਇਉਂ ਸਾਰਿਆਂ ਨੂੰ ਸਰਬ ਸਾਂਝਾ ਉਪਦੇਸ਼ ਹੈ। ਬ੍ਰਹਮ ਬਿੰਦਾ ਹੈ ਚਿਤ ਲਾਏ ਜੋ ਚਿਤ ਲਾ ਕੇ ਹਿਰਦੇ ਦੇ ਵਿੱਚ ਗੁਰਾਂ ਦੁਆਰਾ ਬਖਸ਼ੇ ਵਾਹਿਗੁਰੂ ਦੇ ਨਾਮ ਨੂੰ ਜਪਦੇ ਨੇ, ਉਹ ਬ੍ਰਹਮ ਨੂੰ ਪਰਮੇਸ਼ਰ ਨੂੰ ਜਾਣਦੇ ਹਨ। ਨਾਨਕ ਜਿਨ ਕਉ ਨਦਰ ਕਰੇ ਹਰ ਸੱਚਾ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਜਿਨ੍ਹਾਂ ਦੇ ਸਤ ਸਰੂਪ ਹਰੀ ਪਰਮੇਸ਼ਰ ਕਿਰਪਾ ਦੀ ਦ੍ਰਿਸ਼ਟੀ ਕਰਦਾ ਹੈ, ਸੇ ਨਾਮ ਰਹੇ ਲਿਵ ਲਾਏ। ਉਹ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਦੇ ਵਿੱਚ ਚਿੱਤ ਦੀ ਬਿਰਤੀ ਨੂੰ ਲਾ ਕੇ ਰਹਿਣਾ ਕਰਦੇ ਹਨ। ਮਹਲਾ ਤੀਜਾ। ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਸਤਿਗੁਰ ਕੀ ਸੇਵਨਾ ਕੀਤੀਆ। ਹੇ ਭਾਈ, ਜਿਸ ਨੇ ਸੱਚੇ ਗੁਰੂ ਦੀ ਪ੍ਰਤੱਖ ਆਗਿਆ ਮੰਨਣ ਰੂਪ ਸੇਵਾ ਨਹੀਂ ਕੀਤੀ, ਸ਼ਬਦ ਨਾ ਲੱਗੋ ਪਾਓ। ਉਸ ਦਾ ਗੁਰੂ ਉਪਦੇਸ਼ ਦੇ ਵਿੱਚ ਪ੍ਰੇਮ ਨਹੀਂ ਲੱਗਦਾ ਹੈ। ਸੋ ਜਿਨੇ ਪਿਆਰ ਨਾਲ ਬਾਣੀ ਪੜ੍ਹਨੀ ਹੈ ਉਹ ਗੁਰੂ ਜੀ ਦੀ ਸੇਵਾ ਕਰੇ। ਸੇਵਾ ਕਰਕੇ ਮਨ ਨਿਰਮਲ ਹੋ ਜਾਂਦਾ ਹੈ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨ ਲੱਗੈ ਆਏ। ਜਮਨ ਮਰਨ ਮਿਟ ਗਿਆ, ਕਾਲੇ ਕਾ ਕੇਸ਼ ਨ ਬਸਾਏ। ਹਉਮੈ ਰੋਗ ਕਮਾਵਣਾ। ਉਸ ਨੇ ਹੰਗਤਾ ਰੂਪ ਰੋਗ ਦੇ ਵਿੱਚ ਹੀ ਕਰਮਾਂ ਨੂੰ ਕਮਾਉਣਾ ਕੀਤਾ ਹੈ। ਅਤ ਦੀਰਘ ਬਹੁ ਸੁਆਉ। ਇੰਜ ਅਤਿਅੰਤ ਲੰਬਾ ਤੇ ਬਹੁਤ ਸਾਰਾ ਪ੍ਰਯੋਜਨ ਬਣਿਆ ਰਹਿੰਦਾ ਹੈ। ਭਾਵ ਕਦੇ ਕਿਸੇ ਮਤਲਬ 'ਚ ਲੱਗਿਆ ਰਹਿੰਦਾ ਹੈ। ਇਸੇ ਪ੍ਰਕਾਰ ਹਉਮੈ ਰੋਗ ਕਮਾਵਣਾ। ਸੋ ਇਸ ਕਰਕੇ ਉਸ ਨੂੰ ਅਤਿਅੰਤ ਹਉਮੈ ਦਾ, ਹੰਗਤਾ ਦਾ, ਬਹੁਤ ਦੀਰਘ ਹਉਮੈ ਦੀਰਘ ਰੋਗ ਹੈ। ਵੱਡਾ ਰੋਗ ਇਹ ਵਾਧਾ ਤੁਰਿਆ ਜਾਂਦਾ ਹੈ। ਮਨ ਹਠ ਕਰਮ ਕਮਾਵਣੇ। ਅਤ ਦੀਰਘ ਬਹੁ ਸੁਆਉ। ਕਿਉਂਕਿ ਉਹ ਬਹੁਤ ਸਵਾਦਾਂ ਦੇ ਵਿੱਚ ਜਾਂ ਬਹੁਤੇ ਪ੍ਰਯੋਜਨਾਂ ਕਰਕੇ ਸਹਿ ਕਾਮ ਕਰਮਾਂ ਨੂੰ ਜੋ ਕਮਾਉਂਦਾ ਹੈ, ਇਸ ਕਰਕੇ ਅਤਿਅੰਤ ਵੱਡਾ ਭਾਵ ਬਹੁਤ ਹਉਮੈ ਦਾ ਦੀਰਘ ਰੋਗ ਵਾਧਾ ਤੁਰਿਆ ਜਾਂਦਾ ਹੈ। ਮਨ ਹਠ ਕਰਮ ਕਮਾਵਣੇ। ਜੀਵ ਆਪਣੇ ਮਨ ਚਿੱਤ ਦੀ ਜ਼ਿੱਦ ਕਰਕੇ ਬਹੁਤੇ ਕਰਮਾਂ ਨੂੰ ਕਮਾਉਣਾ ਕਰਦਾ ਹੈ। ਫਿਰ ਜੋਨੀ ਪਾਏ। ਇਸੇ ਕਰਕੇ ਮੁੜ ਮੁੜ ਜੂਨੀਆਂ ਵਿੱਚ ਪਾਇਆ ਜਾਂਦਾ ਹੈ। ਗੁਰਮੁਖ ਜਨਮ ਸਫਲ ਹੈ।
ਬਸ ਗੁਰਮੁਖ ਜਨਦਾ ਮਨੁੱਖਾ ਜਨਮ ਸਫਲਾ ਹੈ, ਜਾਂ ਸਹਿਤ ਗਿਆਨ ਉਹ ਫਲਦੇ ਹੈ। ਜਸਨੋ ਆਪੇ ਲਏ ਮਿਲਾਏ, ਜਿਸ ਨੂੰ ਪਰਮੇਸ਼ਰ ਆਪਣੇ ਨਾਮ ਦੇ ਵਿੱਚ ਜਾਂ ਆਪ ਹੀ ਨਾਮ ਦੁਆਰਾ ਆਪਣੇ ਸਰੂਪ ਦੇ ਨਾਲ ਮਿਲਾ ਲੈਂਦਾ ਹੈ। ਨਾਨਕ ਨਦਰੀ ਨਾਦਰ ਕਰੇ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜਦ ਮਿਹਰ ਦੀ ਦ੍ਰਿਸ਼ਟੀ ਕਰਨ ਵਾਲੇ, ਗਿਆਨ ਦ੍ਰਿਸ਼ਟੀ ਵਾਲੇ ਸਤਿਗੁਰੂ ਜਾਂ ਪਰਮੇਸ਼ਰ ਜੀ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਹਨ, ਤਾਂ ਨਾਮ ਤਨ ਪੱਲੇ ਪਾਏ। ਤਾਂ ਹੀ ਨਾਮ ਰੂਪ ਧਨ ਹਿਰਦੇ ਰੂਪ ਪੱਲੇ ਲੜ ਦੇ ਵਿੱਚ ਪੈਂਦਾ ਹੈ। ਪੌੜੀ ਇਹ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀ ਹੈ। ਸਭ ਵਡਿਆਈਆਂ ਹਰ ਨਾਮ ਵਿੱਚ, ਇਹ ਭਾਈ ਸਾਰੀਆਂ ਕੀਰਤੀਆਂ ਵਡਿਆਈਆਂ ਪਰਮੇਸ਼ਰ ਦੇ ਨਾਮ ਜਪਣ ਦੇ ਵਿੱਚ ਹੀ ਹਨ। ਇਸ ਲਈ ਗੁਰਮੁਖ ਬਣ ਕੇ ਹਰ ਗੁਰਮੁਖ ਨਾਮ ਧਿਆਈਐ। ਸੋ ਹਰੀ ਪਰਮੇਸ਼ਰ ਦਾ ਫਿਰ ਪੜ੍ਹ ਦੋ। ਹਰ ਗੁਰਮੁਖ ਧਿਆਈਐ। ਇਸ ਲਈ ਗੁਰਮੁਖ ਬਣ ਕੇ ਜਾਂ ਮੁਖੀ ਗੁਰਾਂ ਦੇ ਉਪਦੇਸ਼ ਦੁਆਰਾ ਜੀਵਨ ਨੂੰ ਢਾਲ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ, ਸਰਵਣੀ ਸੁਣੀਏ, ਰਸਨਾ ਗਾਈਏ, ਹਿਰਦੈ ਧਿਆਈਐ ਸੋਈ। ਜ਼ਬਾਨ ਦੇ ਨਾਲ ਜਪੀਏ, ਕੰਨਾਂ ਨਾਲ ਸੁਣੀਏ, ਹਿਰਦੇ ਵਿੱਚ ਧਿਆਉਣਾ ਕਰੀਏ, ਕਿਉਂਕਿ ਨਾਮ ਦੇ ਵਿੱਚ ਹੀ ਵਡਿਆਈਆਂ ਨੇ। ਝੰਡਾ ਚੁੱਕਣ ਦੇ ਨਾਲ ਜੇ ਛੋਟੇ ਛੋਟੇ ਬੱਚਿਆਂ ਕੋਲੋਂ ਆਪਾਂ ਜਿੰਦਾਬਾਦ ਜਿੰਦਾਬਾਦ ਕਰਾ ਲਾਂਗੇ, ਇਹਦੇ ਨਾਲ ਵਡਿਆਈਆਂ ਨਹੀਂ ਹੋਣੀਆਂ। ਕਿੰਨਾ ਨਿਆਣਿਆਂ ਨੂੰ ਤੰਗ ਕੀਤਾ, ਤੇ ਮਨ ਕੀ ਬਾਤ ਜਾਂ 26 ਜਨਵਰੀ ਜਾਂ 15 ਅਗਸਤ ਵਾਲੇ ਦਿਨ ਜਾਂ ਕੋਈ ਵੀ ਦਿਨ ਦਿਹਾੜ ਹੋਣਾ, ਤੇ ਉਧਰੋਂ ਨਿਆਣਿਆਂ ਨੂੰ ਭੁੱਖ ਲੱਗੀ ਹੋਣੀ, ਕਿਸੇ ਨੇ ਟਾਇਲਟ ਜਾਣਾ ਜਾਂ ਕੁਛ ਵੀ, ਜ਼ਬਰਦਸਤੀ ਕਹਿਣਾ ਮਨ ਕੀ ਬਾਤ ਸੁਣੋ। ਬੱਚਿਆਂ ਵਿਚਾਰਿਆਂ ਨੂੰ ਕੀ ਪਤਾ, ਉਹਨਾਂ ਬੈਠੇ ਰਹਿਣਾ ਮੂਰਖ ਜਿਹੇ ਬਣ ਕੇ। ਤੇ ਇਸ ਵਾਸਤੇ ਇੰਝ ਥੋੜ੍ਹੋ ਵਡਿਆਈਆਂ ਮਿਲਦੀਆਂ। ਸਭ ਦੁਨੀਆ ਤਰਾ ਤਰਾ ਕਰ ਰਹੀ ਹੈ, ਵੇਖੋ ਸੜਕਾਂ ਦੇ ਉੱਪਰ। ਸਾਡੇ ਮਨ ਦੀ ਬਾਤ ਤਾਂ ਅਸੀਂ ਕਹਿੰਦੇ ਹਾਂ ਵੀ ਕੋਈ ਘੰਟਾ ਬੈਠ ਕੇ ਸੁਣੇ, ਤੇ ਲੋਕਾਂ ਦੀ ਗੱਲ ਆਪਾਂ 5 ਮਿੰਟ ਵੀ ਸੁਣਨ ਲਈ ਤਿਆਰ ਨਹੀਂ ਆ। ਜੇ ਆਪਾਂ ਸੁਣਾਉਣਾ ਚਾਹੁੰਦੇ ਹਾਂ ਤੇ ਕੋਈ ਸਵਾਲ ਜਵਾਬ ਕਿਸੇ ਦਾ ਸੁਣਨਾ ਵੀ ਚਾਹੀਦਾ ਹੈ। ਤੇ ਇਸ ਵਾਸਤੇ ਸਾਰੇ ਹੀ ਸਾਡੀ ਗੱਲ ਸੁਣੀ ਜਾਣ ਤੇ ਆਪਣੇ ਕੰਨ ਦੇ ਜੂੰ ਹੀ ਨਾ ਸਰਕੇ। ਇਹ ਕਿੱਧਰ ਦੀ ਪ੍ਰਾਈਮ ਮਿਨਿਸਟਰੀ ਹੈ, ਇਹ ਕੋਈ ਰਾਜਾਪੁਣਾ ਨਹੀਂ ਹੈ। ਸੋ ਜਨਤਾ ਦੀ ਪੁਕਾਰ, ਜਨਤਾ ਦੀ ਗੱਲ ਸੁਣਨੀ ਚਾਹੀਦੀ ਹੈ। ਇਸ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜਿਹੜੀਆਂ ਵਡਿਆਈਆਂ ਨੇ ਇਹ ਨਿਰੀਆਂ ਪੁਰੀਆਂ ਜਿੰਦਾਬਾਦ ਦੇ ਨਾਲ ਨਹੀਂ ਮਿਲਦੀਆਂ। 4 ਕੁ ਬੰਦੇ ਦਿਹਾੜੀ ਤੇ ਇਕੱਠੇ ਕਰਕੇ ਤੇ ਆਪਦੇ ਮਗਰ ਲਾ ਕੇ ਤੇ ਝੰਡਾ ਜਾ ਚਾੜ ਕੇ ਕਦੀ ਠਾਣਦਾਰ ਕੇ ਜਿੰਦਾਬਾਦ ਕਰਾ ਲੈਣਾ, ਇਸ ਤਰ੍ਹਾਂ ਵਡਿਆਈਆਂ ਨਹੀਂ ਮਿਲਦੀਆਂ। ਇਹ ਵੀ 4 ਕੁ ਦਿਨਾਂ ਦੀਆਂ ਹਨ ਜੋ ਦੁਨੀਆ ਦੀਆਂ ਹਨ। ਦੁਨੀਆ ਕੀਆਂ ਵਡਿਆਈਆਂ ਕਮ ਨ ਆਵੇ ਕਾਮ। ਤੋ ਜੋ ਵਾਹਿਗੁਰੂ ਜੀ ਦੇ ਘਰ ਦੀਆਂ ਵਡਿਆਈਆਂ ਸੋਭਾ ਸੰਯੁਕਤ ਹਨ, ਆ ਵੇਖ ਲਓ, ਭਾਵੇਂ 100 ਸਾਲ ਰਾਜ ਕਰ ਗਏ, ਆਖਰ ਜਾਣਾ ਤਾਂ ਪਿਆ ਹੀ ਆ। ਗੋਰਿਆਂ ਦੇ ਨਾਲ ਮੁਕਾਬਲਾ ਕਰਦੇ ਹੋਏ ਬਾਬਾ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ, ਤੇ ਅੱਜ ਉਹਨਾਂ ਦਾ ਪਵਿੱਤਰ ਅਸਥਾਨ ਸੰਗਤਾਂ ਭਰੋਸਾ ਰਹੀਆਂ, ਲਾਭ ਪ੍ਰਾਪਤ ਕਰ ਰਹੀਆਂ ਹਨ, ਤੇ ਗੋਰੇ ਕਿਤੇ ਲੱਭਦੇ ਨਹੀਂ। 100 ਸਾਲ ਕੋਈ ਥੋੜਾ ਨਹੀਂ ਹੁੰਦਾ, ਪਰ ਆਖਰ ਤਾਂ ਜਾਣਾ ਹੀ ਪਿਆ। ਮਤਲਬ ਜੇ ਇੰਨਾ ਚਿਰ ਵੀ ਵਡਿਆਈ ਮਿਲ ਗਈ ਤਾਂ ਕੋਈ ਬਹੁਤੀ ਖਾਸ ਗੱਲ ਨਹੀਂ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ, ਗੁਰੂ ਘਰ ਦੀ ਜੋ ਵਡਿਆਈ ਹੈ, ਕਹਿੰਦੇ ਸੋਰਠ ਮਹੱਲਾ ਪੰਜਵਾ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਹਰ ਨਾਮੇ ਕੀ ਵਡਿਆਈ, ਤਿਸ ਕੀਮਤ ਕਹੀ ਨਾ ਜਾਈ। ਜੋ ਮਨ ਤੇ ਤਨ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਵਸ ਜਾਣਾ,
ਤੇ ਮਹਾਰਾਜ ਦੇ ਘਰ ਵੱਲੋਂ ਵਡਿਆਈ ਦੀ ਪ੍ਰਾਪਤੀ ਹੋਣੀ ਹੈ। ਉਹ ਜਿੰਨਾ ਚਿਰ ਜ਼ਮੀਨ ਔਰ ਅਸਮਾਨ ਸੂਰਜ ਚੰਦਰਮਾ ਤਾਰੇ ਚਮਕਦੇ ਨੇ ਉਹਨਾਂ ਚਿਰ ਹਮੇਸ਼ਾ ਵਾਸਤੇ ਰਹਿੰਦੀ ਹੈ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ। ਸ਼ਹਿਰ ਦੀ ਸੰਗਤ ਉਨੀ ਦਰਬਾਰ ਸਾਹਿਬ ਨਹੀਂ ਜਾਂਦੀ ਜਿੰਨੀ ਗੁਰਦੁਆਰਾ ਬਾਬੇ ਸ਼ਹੀਦਾਂ ਚਾਟੀ ਪਿੰਡ ਗੇਟ, ਜਿੱਥੇ ਬਾਬਾ ਜੀ ਦਾ ਪਵਿੱਤਰ ਸਥਾਨ ਹੈ, ਉੱਥੇ ਨਤਮਸਤਕ ਹੁੰਦੀ ਹੈ ਐਤਵਾਰ ਅੱਜ ਦੇ ਦਿਨ। ਤੇ ਉੱਥੇ 5 ਜਪਜੀ ਸਾਹਿਬ ਦੇ ਪਾਠ ਕਰਦੇ ਨੇ ਤੇ ਫਿਰ ਸੁਖਮਨੀ ਸਾਹਿਬ ਦਾ ਸੰਪੂਰਨ ਪਾਠ। 4-5 ਘੰਟੇ ਸੰਗਤਾਂ ਬਾਬਾ ਜੀ ਦੇ ਪਵਿੱਤਰ ਸਥਾਨ ਤੇ ਗੁਰਬਾਣੀ ਦਾ ਜਾਪ ਜਪਦੀਆਂ। ਅਨੇਕਾਂ ਹੀ ਭਜਨ ਬੰਦਗੀ ਨਿਯਮ ਦੇ ਨਾਲ 40 ਦਿਨਾਂ ਦੇ ਹਿਸਾਬ ਦੇ ਨਾਲ ਸੋ ਉੱਥੇ ਖੜੇ ਹੋ ਕੇ ਜਾਂ ਬੈਠ ਕੇ ਹਾਜ਼ਰੀ ਲਵਾਉਂਦੇ, ਪੜ੍ਹਦੇ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਸੋ ਬਾਬਾ ਜੀ ਦੇ ਪਵਿੱਤਰ ਸਥਾਨ ਦੀ ਅਰਦਾਸ ਹੁੰਦੀ, ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਇਉਂ ਜੋ ਵਾਹਿਗੁਰੂ ਜੀ ਦਾ ਨਾਮ ਹੈ, ਜਿਹਨੇ ਆਪਦੀ ਵਡਿਆਈ ਕਰਾਉਣੀ ਹੋਵੇ ਉਹ ਮਹਾਰਾਜ ਦਾ ਨਾਮ ਜਪੇ। ਇਹ ਪੰਜਵੇਂ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੇ ਵਿੱਚ ਕਿਹਾ ਹੈ। ਗੁਰੂ ਸਾਹਿਬ ਦਾ ਹੁਕਮ ਹੈ 8 ਪਹਿਰ ਜਨ ਹਰ ਹਰ ਜਪੈ। ਜੋ ਵਾਹਿਗੁਰੂ ਜੀ ਦਾ ਜਨ ਬਣ ਕੇ 8 ਪਹਿਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਣਾ, ਹਰ ਕਾ ਭਗਤ ਪ੍ਰਗਟ, ਉਹ ਹਰੀ ਦਾ ਭਗਤ ਪ੍ਰਗਟ ਹੋ ਜਾਏਗਾ ਕਿ ਹਰੀ ਦਾ ਭਗਤ ਹੈ ਜਾਂ ਹਰੀ ਦਾ ਸੰਤ ਹੈ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਿੱਖ ਹੈ। ਭਗਤ ਭਗਤ ਜਗ ਵਜਿਆ, ਚੌ ਚੱਕਾਂ ਵਿੱਚ ਅਮਰੇਟਾ, ਪਾਣਾ ਗੰਢੈ ਰਾਹ ਵਿੱਚ, ਕੁਲਾ ਧਰਮ ਟੋਏ ਢੋਰ ਸਮੇਟਾ। ਜਿਸ ਦੀ ਕੁਲ ਦਾ ਧਰਮ ਇਹ ਪ੍ਰੋਫੈਸ਼ਨਲ ਸੀਗਾ ਕਿ ਢੋਰ ਪਸ਼ੂਆਂ ਨੂੰ ਚੁੱਕਣਾ, ਚਮੜੇ ਦਾ ਕੰਮ ਕਰਨਾ, ਆਰ ਦੇ ਨਾਲ ਚੰਮ ਨੂੰ ਗੰਢਣਾ, ਚਮਿਆਰ। ਤੋ ਉਹ ਜਾਤ ਨਾਲ ਸੰਬੰਧਿਤ ਭਗਤ ਰਵਿਦਾਸ ਜੀ ਭਗਤ ਭਗਤ ਕਰਕੇ ਪ੍ਰਗਟ ਹੋ ਗਏ। ਕੀ ਕਾਰਨ? ਕਿਉਂਕਿ ਉਹਨਾਂ ਭਗਤੀ ਕੀਤੀ, ਮਹਾਰਾਜ ਦਾ ਨਾਮ ਜਪਿਆ। ਹਰ ਕੇ ਨਾਮ ਕਬੀਰ ਉਜਾਗਰ। ਸੋ ਕਬੀਰ ਸਾਹਿਬ ਦੇ ਵੇਲੇ ਕਿਹੜੇ ਬਾਦਸ਼ਾਹ ਦੀ ਸਲਤਨਤ ਸੀ? ਕਲਗੀਧਰ ਜੀ ਨੇ ਇੱਕ ਵਾਰ ਸੰਗਤਾਂ ਤੋਂ ਪੁੱਛਿਆ, ਕੋਈ ਜਵਾਬ ਨਾ ਦੇ ਸਕਿਆ। ਤਾਂ ਮਹਾਰਾਜ ਕਹਿੰਦੇ ਵੇਖੋ ਕਬੀਰ ਸਾਹਿਬ ਜੀ ਦਾ ਨਾਮ ਬੱਚੇ ਬੱਚੇ ਦੀ ਜ਼ਬਾਨ ਤੇ ਹੈ, ਜਿਹਨੂੰ ਮਰਜ਼ੀ ਪੁੱਛੋ ਝੱਟ ਕਹਿਣਗੇ ਕਿ ਕਬੀਰ ਜੀ ਭਗਤ ਹੋਏ ਹਨ। ਇਉਂ ਹਰੀ ਦਾ ਨਾਮ ਜਪਣ ਨਾਲ ਕਬੀਰ ਸਾਹਿਬ ਜੀ ਉਜਾਗਰ ਪ੍ਰਗਟ ਹੋ ਗਏ। ਇੰਜ 8 ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਜਿਵੇਂ ਜਿਹੜਾ ਬਾਣੀਆਂ ਹੈ ਉਹ ਭਾਵੇਂ ਗੁੜ ਦੀ ਬੋਰੀ ਪਿਛਲੇ ਅੰਦਰ ਵੀ ਲੁਕਾ ਕੇ ਰੱਖੇ, ਪਰ ਜਿਹੜੇ ਕੀੜੇ ਨੇ ਗੁੜ ਦੇ ਪ੍ਰੇਮੀ ਨੇ, ਜਾਏ ਮਿਲਣ ਗੁੜ ਕੀੜਿਆਂ, ਰੱਖਿਆ ਰੱਖਣ ਹਾਰ ਲੁਕਾਈ। ਇਉਂ ਸੰਤ ਭਗਤ ਜਦ ਬਾਣੀ ਪੜ੍ਹਦੇ, ਨਾਮ ਜਪਦੇ, ਭੋਰਾ ਪੁੱਟ ਕੇ ਬੰਦਗੀ ਕਰਦੇ, ਕੁੰਡਾ ਮਾਰ ਕੇ ਅੰਦਰ ਵੜ ਕੇ ਕਰਦੇ, ਪਰ ਦੁਨੀਆ ਉਹਨਾਂ ਦੇ ਦਰਸ਼ਨਾਂ ਲਈ ਬਾਹਰ ਇਕੱਤਰ ਹੁੰਦੀ, ਜੋੜ ਮੇਲੇ ਕਰਦੀ, ਤੰਬੂ ਕਨਾਤਾ ਉਹਨਾਂ ਦੇ ਆਗਮਨ ਦੀ ਖੁਸ਼ੀ ਵਿੱਚ ਲਾਉਂਦੀ, ਸਪੀਕਰ ਲਾ ਕੇ ਵੇਟ ਕਰਦੀ, ਕਿਉਂਕਿ ਉਹਨਾਂ ਮਹਾਰਾਜ ਦਾ ਨਾਮ ਜਪਿਆ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਬਚਨ ਹੈ, ਖੇਮੇ ਛਤਰ ਸਰਾਏ 'ਚ ਦਿਸਣ ਰਥ ਪੀੜੇ, ਜਿਨੀ ਤੇਰਾ ਨਾਮ ਤੇ ਆਇਆ ਤਿਨ ਕੋ ਸਦ ਮਿਲੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਡੀ ਗੱਡੀ ਤਾਂ ਸਟਾਰਟ ਕੀਤੀਆਂ ਵੀ ਸਟਾਰਟ ਨਹੀਂ ਹੁੰਦੀ, ਤਾਂ ਇਸ ਵਾਸਤੇ ਧੱਕੇ ਨਾਲ ਕਰਨੀ ਪੈਂਦੀ ਹੈ। ਪਰ ਜਿਹੜੇ ਮਹਾਰਾਜ ਦਾ ਨਾਮ ਜਪਦੇ, ਬਾਣੀ ਪੜ੍ਹਦੇ ਨੇ, ਤੇ ਕਈ ਕਈ ਗੱਡੀਆਂ ਡਰਾਈਵਰਾਂ ਸਮੇਤ ਉੱਥੇ ਉਹ ਵੇਟ ਕਰਦੇ ਰਹਿੰਦੇ ਵੀ ਬਾਬਾ ਜੀ ਆ ਕੇ ਚਰਨ ਪਾਉਣ ਤੇ ਵਿੱਚ ਬੈਠਣ। ਅੱਜ ਕੱਲ੍ਹ ਰਥ ਤਾਂ ਹੈ ਨਹੀਂ, ਟਾਈਮ ਚੇਂਜ ਹੋ ਗਿਆ। ਮਤਲਬ ਪੁਰਾਣਾ ਸਮਾਂ ਸੀ ਗੁਰੂ ਸਾਹਿਬ ਦੇ ਵੇਲੇ ਦਾ, ਉਦੋਂ ਮਹਾਰਾਜ ਨੇ ਰਥ ਆਖਿਆ, ਜਿਹੜੇ ਘੋੜਿਆਂ ਵਾਲੇ ਰਥ ਹੁੰਦੇ ਨੇ ਸੁੰਦਰ, ਉਹਨਾਂ ਦੇ ਸਾਹਮਣੇ ਪੀੜੇ ਹੋਏ ਰਥ, ਜਾਣੀ ਕਿ ਘੋੜੇ ਜੁੱਤੇ ਹੋਏ, ਤਿਆਰ ਪਰ ਤਿਆਰ, ਵਿੱਚ ਲਗਾਮਾਂ ਫੜ ਕੇ ਬੰਦਾ ਬੈਠਾ ਹੋਇਆ ਕਿ ਕਦੋਂ ਆ ਕੇ ਰਥ ਵਿੱਚ ਬੈਠਣ। ਅਸਵਾਰੀਆਂ ਤਿਆਰ ਰਹਿੰਦੀਆਂ ਨੇ। ਖੇਮੇ ਛਤਰ ਸਰਾਏ 'ਚ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਜਿਹੜੇ ਖੇਮੇ ਨੇ, ਤੰਬੂ ਕਨਾਤਾਂ ਨੇ, ਉਹ ਤਾਣ ਦਿੱਤੀਆਂ ਜਾਂਦੀਆਂ, ਵਿੱਚ ਚੰਦੋਏ ਲਾ ਕੇ ਛਤਰ ਲਾ ਦਿੱਤਾ ਜਾਂਦਾ ਕਿ ਉਹਨਾਂ ਨੇ ਆ ਕੇ ਬੈਠਣਾ ਹੈ।
ਖੇਮੇ ਛਤਰ ਸਰਾਏ 'ਚ ਦਿਸਣ ਰਥ ਪੀੜੇ, ਜਿਨੀ ਤੇਰਾ ਨਾਮ ਤੇ ਆਇਆ। ਤੁਸੀਂ ਵੀ ਕਹਿ ਦੋ, ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ ਨਾਮ ਨੂੰ ਜਿਨ੍ਹਾਂ ਨੇ ਤੇ ਆਇਆ ਹੈ, ਤਿੰਨ ਕੋ ਸਦ ਮਿਲੇ। ਇਹ ਨਹੀਂ ਵੀ ਤਰਲੇ ਮਾਰ ਕੇ, ਆਵਾਜ਼ ਮਾਰ ਕੇ ਵੀ ਆ ਭਾਈ ਗੁਰਮੁਖਾ ਤੈਨੂੰ ਆਹ ਚੀਜ਼ ਅਸੀਂ ਦਈਏ। ਸੋ ਇੰਜ ਕਲਗੀਧਰ ਮਹਾਰਾਜ ਦੇ ਦਰਬਾਰ ਦੇ ਵਿੱਚੋਂ ਜਿਵੇਂ ਸਾਹਿਬ ਪ੍ਰਤੱਖ ਬਖਸ਼ਿਸ਼ਾਂ 52 ਕਵੀਆਂ ਨੂੰ ਕਰਦੇ ਹੁੰਦੇ, ਉਹ ਭੁੱਖੇ ਮਰਦੇ ਹੋਏ ਗੁਰੂ ਘਰ ਆਉਂਦੇ ਤੇ ਗੁਰੂ ਸਾਹਿਬ ਉਹਨਾਂ ਦੇ ਗੁਣਾਂ ਨੂੰ ਪ੍ਰਗਟ ਕਰਕੇ ਸੰਗਤ ਵਿੱਚ ਸੰਗਤਾਂ ਨੂੰ ਵੀ ਸਤਿਕਾਰ ਕਰਾਉਂਦੇ, ਆਪਦੇ ਦਰਬਾਰ ਦੇ ਵਿੱਚ ਸੁੰਦਰ ਜਗ੍ਹਾ ਵੀ ਬਖਸ਼ਦੇ। ਤੇ ਪਿੰਡ ਜਾਣ ਲੱਗਿਆ ਹਾਥੀਆਂ ਤੇ ਚੜਾ ਕੇ ਤੇ ਖਜ਼ਾਨੇ ਦੀਆਂ ਬੋਰੀਆਂ ਭਰ ਕੇ ਉਹਨਾਂ ਦੇ ਨਾਲ ਕਿੰਨੇ ਕਿੰਨੇ ਸੇਵਕ ਦੇ ਕੇ ਤੋਰਦੇ। ਵੇਖਣ ਵਾਲੇ ਸੋਚਦੇ ਵੀ ਇਹ ਕਿਹੜਾ ਸ਼ਹਿਨਸ਼ਾਹ ਰਾਜਾ ਆ ਰਿਹਾ। ਤੇ ਹੁੰਦੇ ਮਹਾਰਾਜ ਦੇ ਦਰ ਦੇ ਭਿਖਾਰੀ। ਵੇਖੋ ਗੁਰਦੁਆਰੇ ਦੇ ਭਿਖਾਰੀ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਲੋਕਾਂ ਨੂੰ ਰਾਜੇ ਜਾਪਦੇ। ਇਉਂ ਮਹਾਰਾਜ ਨੇ ਖਾਲਸੇ ਨੂੰ ਸ਼ਹਿਨਸ਼ਾਹ ਬਣਾਤਾ। ਜਿਵੇਂ ਰਾਜੇ ਦਾ ਪੁੱਤ ਰਾਜਾ ਹੁੰਦਾ, ਇਉਂ ਦੁਨੀਆ ਨੂੰ ਭੁਲੇਖਾ ਪੈਂਦਾ ਵੀ ਪਤਾ ਨਹੀਂ ਇਹਨਾਂ ਕੋਲ ਕਿੰਨਾ ਕੁ ਕੁਛ ਹੈ, ਹੋਵੇ ਭਾਵੇਂ ਕੁਛ ਵੀ ਨਾ। ਤੋ ਮਹਾਰਾਜ ਦੀ ਦਿੱਤੀ ਸੋਭਾ ਹੀ ਇੰਨੀ, ਵਡਿਆਈ ਹੋਈ ਇੰਨੀ ਹੈ। ਇਸ ਲਈ ਪਾਤਸ਼ਾਹ ਫਰਮਾਉਂਦੇ ਹਨ, ਸਭ ਵਡਿਆਈਆਂ ਹਰ ਨਾਮ ਵਿੱਚ। ਜੇ ਤੁਸੀਂ ਵੀ ਆਪ ਦਾ ਜਿੰਦਾਬਾਦ ਕਰਾਉਣਾ ਚਾਹੁੰਦੇ ਹੋ, ਕੋਈ ਵਡਿਆਈ ਕੋਈ ਮਾਣ ਮਰਾਤਬਾ ਪਾਉਣਾ ਚਾਹੁੰਦੇ ਹੋ, ਤੇ ਧਰੂ ਦੀ ਮਾਂ ਨੇ ਧਰੂ ਨੂੰ ਇੱਕੋ ਹੀ ਗੱਲ ਸਮਝਾਈ ਸੀ ਵੀ ਕਾਕਾ 5 ਸਾਲ ਦਾ ਬੱਚਾ ਸੀਗਾ, ਉਹ ਰੋਂਦਾ ਰੋਂਦਾ ਆਇਆ ਤੇ ਉਹਨੂੰ ਬਾਂਹ ਤੋਂ ਫੜ ਕੇ ਮਤਲਈ ਮਾਂ ਨੇ ਠਾ ਦਿੱਤਾ ਗੋਦੀ ਵਿੱਚੋਂ। ਧਰੂ ਹੱਸਦਾ ਘਰ ਆਇਆ, ਘਰ ਪਿਆਰ ਪਿਓ ਕੁਛੜ ਲੀਤਾ ਤੇ ਬਾਹੋਂ ਪਕੜੇ ਉਠਾ ਲਿਆ, ਮਨ ਵਿੱਚ ਰੋਸ ਮਤਰਾਈ ਕੀਤਾ। ਡੁੱਡੋ ਲਿਖਾ ਮਾਂ ਪੁੱਛੈ, ਤੂੰ ਸਾਵਾਣੀ ਹੈ ਕਿ ਸੁਰੀਤਾ। ਸਾਵਾਣੀ ਹੈ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਫਿਰ ਉਹ ਕਹਿਣ ਲੱਗਾ ਕਿ ਹੇ ਮਾਂ, ਮੈਂ ਰੋਂਦਿਆਂ ਹੋਇਆਂ ਜ਼ਿੰਦਗੀ ਨਹੀਂ ਕੱਟ ਸਕਦਾ, ਮੈਨੂੰ ਤਾਂ ਰਾਜ ਚਾਹੀਦਾ, ਮਾਣ ਸਤਿਕਾਰ ਚਾਹੀਦਾ। ਇੰਜ ਕੌਣ ਰੋਜ਼ ਰੋਜ਼ ਰੋਵੇ। ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੂਮਨ ਮੀਤਾ। ਕਿਸ ਉਦਮ ਦੇ ਨਾਲ ਮੈਨੂੰ ਰਾਜ ਮਿਲੇ, ਜਿਸ ਕਰਕੇ ਮੇਰੇ ਦੁਸ਼ਮਣ ਵੀ ਮਿੱਤਰ ਬਣ ਜਾਣ। ਤਾਂ ਮਾਂ ਨੇ ਇੱਕੋ ਹੀ ਗੱਲ ਸਮਝਾਈ ਕਿ ਹੇ ਕਾਕਾ, ਹੇ ਬੱਚਾ, ਪਰਮੇਸ਼ਰ ਆਰਾਧੀਐ। ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਆਰਾਧੀਏ। ਜਿਦੂ ਹੋਈ ਹੈ ਪਤਿਤ ਪੁਨੀਤਾ, ਜਿਸ ਕਰਕੇ ਪਾਪੀ ਵੀ ਪਵਿੱਤਰ ਹੋ ਜਾਂਦੇ ਹਨ। ਤੋ ਮਾਂ ਦੀ ਸਿੱਖਿਆ ਨੂੰ ਧਰੂ ਨੇ ਪੱਲੇ ਬੰਨ ਲਿਆ। ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਮਨ ਦੇ ਵਿੱਚ ਵੈਰਾਗਵਾਨ ਹੋ ਕੇ ਬਾਹਰ ਤਪ ਕਰਨ ਲਈ ਤੁਰ ਪਿਆ। ਰਸਤੇ ਵਿੱਚ ਭਗਵਾਨ ਦਾ ਪ੍ਰੇਰਿਆ ਨਾਰਦ ਮੁਨੀ ਧਰੂ ਨੂੰ ਆ ਕੇ ਮਿਲਿਆ ਤੇ ਗੁਰੂ ਬਣ ਕੇ ਉਪਦੇਸ਼ ਦਿੱਤਾ। ਨਾਰਦ ਮੁਨੀ ਉਪਦੇਸਿਆ, ਨਾਮ ਨਿਧਾਨ ਅਮਿਓ ਰਸ ਪੀਤਾ। ਵਾਹਿਗੁਰੂ ਜੀ ਦੇ ਨਾਮ ਦਾ ਖਜ਼ਾਨਾ ਅੰਮ੍ਰਿਤ ਰਸ ਧਰੂ ਭਗਤ ਨੇ ਲਗਾਤਾਰ 6 ਮਹੀਨੇ ਛਕਿਆ। ਤਾਂ ਉਸ ਵਕਤ ਹਾਰ ਚੱਲੇ, ਜਦੋਂ ਘਰ ਛੱਡ ਕੇ ਚੱਲੇ ਗੁਰਮੁਖ, ਤੇ ਦੁਨੀਆ ਨੂੰ ਇਉਂ ਜਾਪਿਆ ਕਿ ਰੋਂਦੇ ਹੋਏ ਦੁਨੀਆ ਵੱਲੋਂ ਹਾਰ ਕੇ ਚੱਲੇ। ਤੇ ਪਰ ਗੁਰਮੁਖ ਜਗ ਜੀਤਾ। ਜਦ ਘਰ ਵਾਪਸ ਮੁੜੇ ਤੇ ਗੁਰਮੁਖ ਜਗ ਨੂੰ ਜਿੱਤ ਕੇ ਮੁੜੇ। ਇਸ ਵਾਸਤੇ ਸੋ ਕੋਈ ਵੀ ਰਾਜ ਪਾ, ਕੋਈ ਮਾਣ ਵਡਿਆਈ, ਕੋਈ ਮਰਾਤਬਾ। ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਾਲੇ, ਉਹਨਾਂ ਦੀ ਰਚਨਾ ਤੋਂ ਆ ਥੋੜਾ ਹੀ ਚਿਰ ਹੋਇਆ, 15-20 ਦਿਨ ਗਿਆਨੀ ਗੁਰਨਾਮ ਸਿੰਘ ਜੀ ਦੇ ਭੋਗ ਤੇ ਉਹਨਾਂ ਕਥਾ ਕੀਤੀ। ਆ ਲਾਗੇ ਘੜੂਆ ਪਿੰਡ ਦੇ ਨਜ਼ਦੀਕ ਸਾਹੌੜਾ ਨਗਰ ਦੇ ਵਿੱਚ। ਕਹਿੰਦੇ ਵੀ ਗਿਆਨੀ ਗੁਰਨਾਮ ਸਿੰਘ ਜੀ ਦਾ ਮੈਂ ਸ਼ਾਗਿਰਦ ਹਾਂ। ਉਹਨਾਂ ਦਾ ਸੁਭਾਅ ਸੀਗਾ, ਉਹ ਮਾਲਾ ਬਣਾ ਕੇ ਜਿਹੜਾ ਵੀ ਕੋਈ ਜਾਣਾ ਉਹਨੂੰ ਕਹਿਣਾ ਲੈ ਮਾਲਾ।
ਤੇ ਘੱਟ ਤੋਂ ਘੱਟ ਇੱਕ ਵਾਰ ਮਾਲਾ ਜ਼ਰੂਰ ਫੇਰਿਆ ਕਰ। ਮੂਲ ਮੰਤਰ ਦਾ ਪਾਠ ਕਹਿਣ ਦੇ ਆਗਿਆ ਕਰਦੇ ਕਿ ਮੂਲ ਮੰਤਰ ਦਾ ਜਾਪ ਜਪਿਆ ਕਰੋ। ਪਹਿਲਾਂ ਕਹਿੰਦੇ 1.25 ਲੱਖ ਦਾ ਹੁਕਮ ਲਾਇਆ। ਮੈਂ ਬੇਨਤੀ ਕੀਤੀ ਵੀ ਕਥਾ ਦਾ ਆਪਨੇ ਸਿਖਾਤੀ ਤੇ ਕੋਈ ਮੌਕਾ ਵਾਹਿਗੁਰੂ ਜੀ ਵੱਲੋਂ ਮਿਲੇ, ਕਹਿੰਦੇ 1.25 ਲੱਖ ਮੂਲ ਮੰਤਰ ਦਾ ਪਾਠ ਕਰੋ। 1.25 ਲੱਖ ਮੈਂ ਤੇ ਕਹਿੰਦਾ 1.25 ਲੱਖ ਮੇਰੀ ਘਰ ਵਾਲੀ ਨੇ 2.5 ਲੱਖ ਮੂਲ ਮੰਤਰ ਦਾ ਪਾਠ ਪੜ੍ਹਿਆ। ਫਿਰ ਮਹਾਰਾਜ ਦੀ ਕੋਈ ਪੰਕਤੀ ਮੈਨੂੰ ਯਾਦ ਨਹੀਂ ਉਹਨਾਂ ਪੜ੍ਹੀ। ਕਹਿੰਦੇ ਗੁਰਬਾਣੀ ਦੇ ਵਿੱਚੋਂ ਜਦ ਪੰਕਤੀ ਪੜ੍ਹੀ ਤੇ ਫਿਰ 35 ਲੱਖ ਕੀਤਾ। ਤੇ ਇਸ ਵਾਸਤੇ ਉਸੇ ਵਕਤ ਹੀ ਤਖਤ ਸਾਹਿਬ ਤੋਂ ਸੁਨੇਹਾ ਆ ਗਿਆ ਵੀ ਆਓ ਆ ਕੇ ਸੇਵਾ ਨਿਭਾਓ। ਕਹਿੰਦੇ ਅੱਜ 25 ਸਾਲ ਹੋ ਗਏ। ਤੇ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਸਭ ਵਡਿਆਈਆਂ ਹਰ ਨਾਮ ਵਿੱਚ। ਹਰੀ ਪਰਮੇਸ਼ਰ ਦੇ ਨਾਮ ਜਪਣ ਦੇ ਵਿੱਚ ਹੀ ਸਾਰੀਆਂ ਵਡਿਆਈਆਂ ਸਾਰੇ ਮਾਣ ਮਰਾਤਵੇ ਹਨ। ਹਰ ਗੁਰਮੁਖ ਧਿਆਈਐ। ਇਸ ਲਈ ਗੁਰਮੁਖ ਬਣ ਕੇ ਮੁਖੀ ਗੁਰਾਂ ਦੇ ਉਪਦੇਸ਼ ਦੁਆਰਾ ਜੀਵਨ ਨੂੰ ਮਹਾਰਾਜ ਦੇ ਮੁਤਾਬਕ ਢਾਲ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ। ਜੇ ਵਸਤ ਮੰਗੀਐ ਸਾਈ ਪਾਈਐ। ਜਿਹੜੇ ਬੰਦੇ ਆਪ ਭੁੱਖੇ ਨੇ ਉਹ ਤੁਹਾਨੂੰ ਕੀ ਰਜਾ ਸਕਦੇ ਨੇ? ਰਾਜਾ ਨਾਮੇ ਰੱਜੇ ਹੋਏ ਦਾ ਉਹ ਆਪ ਘੁਟਾਲੇ ਕਰਕੇ ਬੇਈਮਾਨੀਆਂ ਕਰਕੇ ਆਪ ਦਾ ਘਰ ਭਰ ਰਹੇ ਨੇ, ਉਹ ਸਾਨੂੰ ਕੀ ਦੇ ਸਕਦੇ ਹਨ? ਤੋ ਮਹਾਰਾਜ ਦੇ ਕੋਲੋਂ ਪਾਤਸ਼ਾਹ ਕਹਿੰਦੇ ਮੰਗੋ ਜੋ ਵੀ ਧਰਮ ਅਰਥ ਕਾਮ ਮੋਖ ਚੀਜ਼ ਤੁਸੀਂ ਮੰਗਣਾ ਕਰੋਗੇ ਉਹੀ ਦਾਤ ਗੁਰਾਂ ਦੇ ਪਾਸੋਂ ਪਰਮੇਸ਼ਰ ਦੇ ਪਾਸੋਂ ਪ੍ਰਾਪਤ ਕਰ ਲਵੋਗੇ, ਪ੍ਰਾਪਤ ਕਰ ਲਈਦੀ ਹੈ। ਜੇ ਨਾਮ ਚਿਤ ਲਾਈਐ। ਪਰ ਇੱਕ ਸ਼ਰਤ ਹੈ, ਤੁਹਾਨੂੰ ਚਿੱਤ ਮਹਾਰਾਜ ਦੇ ਨਾਮ ਚ ਲਾਉਣਾ ਪਊਗਾ। ਭਾਵੇਂ 5 ਬਾਣੀਆਂ ਹੀ ਪੜੋ ਪਰ ਚਿੱਤ ਲਾ ਕੇ ਪੜੋ। ਤੇ ਜੇ ਮਾਨ ਵਡਿਆਈ ਚਾਹੀਦੀ ਹੈ ਫਿਰ ਨਾਲ ਸੁਖਮਨੀ ਸਾਹਿਬ ਦਾ ਪਾਠ ਵੀ ਕਰਨਾ ਪਊਗਾ ਚਿੱਤ ਲਾ ਕੇ। 4 ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹਉਮੈ ਛੋਰੈ। ਜੇ ਕੋ ਜਨਮ ਮਰਨ ਦੇ ਡਰੈ ਸਾਧ ਜਨਾਂ ਕੀ ਸਰਣੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤੰਕੈ ਬਲ ਬਲ ਜਾਸੈ। ਸੋ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੈ ਆਪ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਵੀ ਦੁਨੀਆ ਦੇ ਪਾਸੋਂ ਕੀ ਮੰਗ ਮੰਗਣੀ ਹੈ, ਵਾਹਿਗੁਰੂ ਜੀ ਦੇ ਚਰਨਾਂ ਦੇ ਪਾਸੋਂ ਜੋ ਜ਼ਰੂਰਤ ਹੈ ਉਹ ਆਪਦੀ ਮੰਗ ਰੱਖੀ ਹੈ। ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸੰਤਾਂ ਦੇ ਅਲਫਾਜ਼ ਸਨ। ਉਹ ਹਮੇਸ਼ਾ ਕਿਹਾ ਕਰਦੇ, ਕਹਿੰਦੇ ਅਸੀਂ ਮੰਗਤੇ ਨਹੀਂ ਜੋ ਮੰਗਾ ਮੰਗੀਏ, ਆਪ ਦਾ ਹੱਕ ਮੰਗਦੇ ਹਾਂ। ਜੇ ਕੋਈ ਪਿਆਰ ਨਾਲ ਦਏਗਾ ਤਾਂ ਵਾਹ ਵਾਹ, ਤੇ ਨਹੀਂ ਤਾਂ ਫਿਰ ਹੱਕ ਖੋ ਕੇ ਵੀ ਲੈਣੇ ਪੈਂਦੇ ਹਨ। ਆਪਦੇ ਆਪ ਦਾ ਕੋਈ ਦੇਣਾ ਪਸੰਦ ਕਰਦਾ ਹੀ ਨਹੀਂ। ਤੋ ਐਸਾ ਉਹਨਾਂ ਦਾ ਸੁਭਾਅ ਤੇ ਉਹਨਾਂ ਦੇ ਅਲਫਾਜ਼ ਸਨ। ਸੋ ਜੇ ਮੰਗਣਾ ਹੈ ਤਾਂ ਮਹਾਰਾਜ ਕਹਿੰਦੇ ਵੀ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਉਹ ਮੰਗ ਮੰਗੀਏ। ਤੇ ਮੰਗ ਕੀ ਮੰਗਣੀ ਹੈ? ਮਹਾਰਾਜ ਦੇ ਨਾਮ ਦੀ ਦਾਤ। ਨਾਮ ਦੇ ਨਾਲ ਹੀ ਸਾਰੀਆਂ ਦਾਤਾਂ ਪਰਮੇਸ਼ਰ ਦੇ ਪਾਸੋਂ ਦੁਨਿਆਵੀ ਲੋਕ ਪਰਲੋਕ ਦੀਆਂ ਪ੍ਰਾਪਤ ਕਰ ਲਈਦੀਆਂ ਹਨ। ਪਰ ਜੇ ਮਹਾਰਾਜ ਦੇ ਨਾਮ ਦੇ ਵਿੱਚ ਚਿੱਤ ਜੁੜ ਜਾਏ, ਕਲਗੀਧਰ ਜੀ ਦਾ ਬਚਨ ਹੈ, ਜੋ ਹਮਰੀ ਪੁਨ ਰਹਿਤ ਸੋ ਰੱਖੈ। ਜਿਹੜਾ ਸਾਡੇ 5 ਕਕਾਰਾਂ ਦੀ ਰਹਿਤ ਰੱਖੇਗਾ ਅੰਮ੍ਰਿਤ ਛਕ ਕੇ। ਗੁਰਬਾਣੀ ਰਸ ਨਿਤ ਉਠ ਚਾਖੈ। ਗੁਰਬਾਣੀ ਦਾ ਰਸ ਨਿਤਾ ਪ੍ਰਤੀ ਡੇਲੀ ਨਿਯਮ ਦੇ ਨਾਲ ਉੱਠ ਕੇ ਚੱਖੇਗਾ। ਕਥਾ ਕੀਰਤਨ ਭਜਨ ਬੰਦਗੀ ਨਿਤਨੇਮ ਕਿਸੇ ਵੀ ਤਰੀਕੇ ਨਾਲ। ਗੁਰਬਾਣੀ ਰਸ ਨਿਤ ਉਠ ਚਾਖੈ ਮੈਂ ਤਾਂ ਕਿ ਸਦ ਰਹੂੰ ਸਹਾਇਕ। ਦੁਖ ਵਿਘਨ ਸਗਲੇ ਤਨ ਕਾਇਕ। ਮਾਰੇ ਕਹਿੰਦੇ ਉਹਨਾਂ ਦੀ ਮੰਗ ਸੰਗ ਸਹਾਈ ਰਹਾਂਗਾ, ਦੁੱਖ ਤੇ ਵਿਘਨ ਉਹਨਾਂ ਦੇ ਖਤਮ ਕਰ ਦਿਆਂਗਾ। ਸੋ ਨਾਮੀ ਪਰਮੇਸ਼ਰ ਦੇ ਨਾਲ ਮਨ ਦੀ ਬਿਰਤੀ ਨੂੰ ਜੋੜਨਾ ਕਰੀਏ। ਗੋਜ ਗਲ ਜੀ ਕੇ ਕੀਚੈ ਸਤਿਗੁਰੂ ਪਾਸ। ਜੋ ਤੁਹਾਡੇ ਮਨ ਦੀ ਗੱਲ ਹੈ
ਕਿਸੇ ਹੋਰ ਨੂੰ ਦੱਸਣ ਦੀ ਬਜਾਏ ਦੁਨੀਆ ਦਾ ਮਖੌਲ ਬਣਾ ਲੈਂਦੀ ਹੈ। ਇਸ ਲਈ ਜੋ ਤੁਹਾਡੇ ਮਨ ਦੀ ਗੱਲ ਹੈ ਕਿਸੇ ਹੋਰ ਨੂੰ ਦੱਸਣ ਦੀ ਬਜਾਏ ਸਤਿਗੁਰੂ ਜੀ ਦੇ ਕੋਲ ਆ ਕੇ ਆਪਦੀ ਗੁਪਤ ਅਰਦਾਸ ਕਰੋ। ਆਪਦੇ ਹਿਰਦੇ ਦੀ ਗੁਪਤ ਗੱਲ ਹੋਵੇ, ਕਿਸੇ ਵੀ ਕਿਸਮ ਦਾ ਤੁਹਾਨੂੰ ਦੁੱਖ ਹੈ ਜਾਂ ਸੰਸਾ ਹੈ ਤਾਂ ਸੱਚੇ ਗੁਰੂ ਜੀ ਦੇ ਕੋਲ ਆ ਕੇ ਬੋਲ ਦਿਓ, ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰ ਦਿਓ। ਜਾਂ ਇਸੇ ਪ੍ਰਕਾਰ ਗੋਹ ਜਗਲ ਜੀ ਕੇ ਕੀਚਾ ਸਤਿਗੁਰੂ ਪਾਸਾ। ਕਾਮ ਕ੍ਰੋਧ ਆਦਿਕ ਵਿਕਾਰ ਅੰਦਰੋਂ ਮਿਟਦੇ ਨਾ ਹੋਣ। ਹੁਣ ਆਪਦਾ ਤਾਂ ਸਾਨੂੰ ਹੀ ਪਤਾ ਨਾ ਵੀ ਸਾਡੇ ਅੰਦਰ ਕਿੰਨੇ ਕੁ ਵਿਕਾਰ ਨੇ, ਤੇ ਕਿਸੇ ਨੂੰ ਆਪਾਂ ਕੀ ਦੱਸ ਸਕਦੇ ਹਾਂ। ਇਹ ਵੀ ਬਿਮਾਰੀਆਂ ਨਾ ਮਿਟਦੀਆਂ ਹੋਣ। ਆ ਜਿਹੜੀਆਂ ਗੁਪਤ ਗੱਲਾਂ ਨੇ, ਜੋ ਵੀ ਗਲਤੀਆਂ ਫਲਤੀਆਂ ਸਤਿਗੁਰੂ ਜੀ ਦੇ ਕੋਲ ਆ ਕੇ ਬੇਨਤੀ ਰੂਪ ਦੇ ਵਿੱਚ ਕਹਿ ਦਈਏ। ਗੁਰ ਮਰਜ਼ਾਦਾ ਹੈ ਕਿ ਪੰਜਾਂ ਪਿਆਰਿਆਂ ਨੂੰ ਆ ਕੇ ਦੱਸ ਦਈਏ, ਉਹ ਤਨਖਾਹ ਲਾ ਕੇ ਅੰਮ੍ਰਿਤ ਛਕਾ ਕੇ ਚੋਲਾਦਕ ਦੇ ਕੇ ਮਾਫ ਕਰਵਾ ਸਕਦੇ ਨੇ। ਤਾਂ ਉਹਦੀ ਜਿਹੜੀ ਸਜ਼ਾ ਹੈ ਧਰਮਰਾਜ ਦੀ ਕਚਹਿਰੀ ਵਿੱਚ ਭੁਗਤਣੀ ਨਹੀਂ ਪੈਂਦੀ। ਤੇ ਦੁਨੀਆ ਦੇ ਵਿੱਚ ਵੀ ਮਹਾਰਾਜ ਕਹਿੰਦੇ ਤਾਂ ਸਰਬ ਸੁਖ ਪਾਈਐ। ਤਾਂ ਸਾਰੇ ਸੁਖ ਆਨੰਦ ਪਾ ਲਈਦੇ ਹਨ। ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੀ ਬਾਈਐ। ਦੁਖ ਤਿਸੈ ਪੈ ਆਖੀਐ ਸੁਖ ਜਿਸੈ ਹੀ ਪਾਸ। ਜਿਹਦੇ ਚਰਨਾਂ ਵਿੱਚ ਸਾਰੇ ਸੁਖ ਨੇ, ਸਾਰੇ ਦੁੱਖ, ਉਹ ਗੁਰੂ ਮਹਾਰਾਜ ਨੂੰ ਆ ਕੇ ਅਰਦਾਸ ਬੇਨਤੀ ਰੂਪ ਦੇ ਵਿੱਚ ਕਰੀਏ। ਸੁਣੀ ਅਰਦਾਸ स्वामी मेरा। कहते खुदा मंजूर करता है, दुआ जब दिल से होती है। मुश्किल तो यही है कि ये मुश्किल से होती है। अरदास जरूरी नहीं भी आप जी गुटके साहिबां च लिखी है ਜਾਂ ਬਾਬਾ ਜੀ ਪੂਰੀ ਕਰਦੇ ਨੇ ਉਹੀ ਆਪਾਂ ਅਰਦਾਸ ਕਰੀਏ, ਜਾਂ ਅਰਦਾਸੀਏ ਸਾਡੀ ਅਰਦਾਸ ਕਰੇ। ਆਪਦੀ ਅਰਦਾਸ ਆਪਾਂ ਜੋ ਵੀ ਜਿਸ ਤਰ੍ਹਾਂ ਆਉਂਦੀ ਹੈ ਉਸੇ ਤਰ੍ਹਾਂ ਕਰ ਸਕਦੇ ਹਾਂ। ਅਰਦਾਸ ਦਾ ਕੋਈ ਨਿਯਮ ਨਹੀਂ ਵੀ ਇੰਝ ਹੀ ਕਰਨੀ ਚਾਹੀਦੀ ਹੈ। ਦਸਾਂ ਪਾਤਸ਼ਾਹੀਆਂ ਦਾ ਨਾਮ ਜੀ ਆਉਂਦਾ, ਪੰਜਾਂ ਪਿਆਰਿਆਂ ਦਾ, ਸਾਹਿਬਜ਼ਾਦਿਆਂ ਦਾ ਲੈ ਕੇ ਜੋ ਤੁਹਾਡੇ ਮਨ ਦੀ ਗੱਲ ਹੈ ਗੁਰੂ ਜੀ ਦੇ ਚਰਨਾਂ ਵਿੱਚ ਰੱਖੋ। ਕਹਿੰਦੇ ਸੁਣੀ ਅਰਦਾਸ ਸੁਆਮੀ ਮੇਰਾ। ਜਦ ਦਿਲੋਂ ਪਿਆਰ ਸ਼ਰਧਾ ਨਾਲ ਅਰਦਾਸ ਕੀਤੀ ਤੇ ਮੇਰੇ ਮਾਲਕ ਨੇ ਸੁਣ ਲਈ। ਸੁਣਦਾ ਸਾਰਿਆਂ ਦੀ ਹੈ, ਜ਼ਰੂਰੀ ਨਹੀਂ ਵੀ ਉਹ ਸਾਰਿਆਂ ਦੀ ਮੰਨ ਵੀ ਲਵੇ। ਮੰਨਣਾ ਨਾ ਮੰਨਣਾ ਉਹਦੀ ਆਪਦੀ ਮਰਜ਼ੀ ਹੈ। ਪਾਤਸ਼ਾਹ ਜੀ ਕਹਿੰਦੇ ਨੇ ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ, ਪ੍ਰਗਟ ਭਾਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਜੇ ਤੁਸੀਂ ਆਪਦੀ ਗੁਪਤ ਗੱਲ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰੋਗੇ ਤੇ ਸਾਰੇ ਸੁੱਖ ਤੇ ਆਨੰਦ ਮਹਾਰਾਜ ਦੇ ਚਰਨਾਂ ਵਿੱਚੋਂ ਪ੍ਰਾਪਤ ਕਰ ਲਵੋਗੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ ਦਾਤ ਮਿਲੇਗੀ। ਇੱਕ ਪੰਡਤ ਸੀਗਾ, ਪੰਡਤ, ਸਿੱਖਾਂ ਦੀ ਗੱਲ ਨਹੀਂ ਮੈਂ ਕਰਦਾ ਕਿਉਂਕਿ ਉਹ ਤਾਂ ਤੁਸੀਂ ਬੈਠੇ ਹੀ ਹੋਏ ਹੋ। ਸਾਡੇ ਮਨ 'ਚ ਕਈ ਵਾਰ ਭੁਲੇਖਾ ਹੁੰਦਾ, ਪਤਾ ਨਹੀਂ ਮਹਾਰਾਜ ਸਾਡੀ ਸੁਣਦਾ ਨਹੀਂ ਸੁਣਦਾ। ਗੁਰੂ ਸਾਹਿਬ ਤਾਂ ਮੁਸਲਮਾਨਾਂ ਦੀਆਂ ਅਰਦਾਸਾਂ ਪੰਡਤਾਂ ਦੀਆਂ ਵੀ ਸੁਣਦੇ ਰਹੇ। ਜੇ ਸੱਚਮੁੱਚ ਹੀ ਆਪਾਂ ਗੁਰੂ ਜੀ ਦੇ ਸਿੱਖ ਹਾਂ ਤੇ ਫਿਰ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਵੀ ਜੇ ਪੰਡਤਾਂ ਤੇ ਮੁਸਲਮਾਨਾਂ ਦੀ ਸੁਣਦੇ ਰਹੇ ਸਾਡੀ ਕਿਉਂ ਨਹੀਂ ਸੁਣਨਗੇ? ਦੱਸੋ ਭਾਈ। ਆਪਾਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਦਾ ਗਾਤਰਾ ਵੀ ਪਾਇਆ ਹੋਇਆ, ਗੁਰੂ ਸਾਹਿਬ ਦਾ ਦਿੱਤਾ ਗੁਟਕਾ ਵੀ ਪੜ੍ਹਦੇ ਹਾਂ, ਪੋਥੀਆਂ ਵੀ ਸਾਡੇ ਸਨਮੁਖ ਪ੍ਰਕਾਸ਼ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਥਾ ਕੀਰਤਨ ਆਪਾਂ ਸੁਣਦੇ ਵੀ ਹਾਂ। ਜੋ ਵੀ ਜਿੰਨਾ ਕਿਸੇ ਦਾ ਜ਼ੋਰ ਲੱਗਦਾ ਉਹਨਾਂ ਹਰੇਕ ਬੰਦਾ ਸੇਵਾ ਚਲਾਉਂਦਾ ਹੈ, ਕੋਈ ਕੁਛ ਕਰਦਾ ਕੋਈ ਕੁਛ ਕਰਦਾ। ਤੇ ਫਿਰ ਵੀ ਸਾਡੇ ਮਨ 'ਚ ਵਿੱਚ ਸ਼ੰਕਾ ਹੈ। ਇੱਕ ਪੰਡਤ ਬ੍ਰਾਹਮਣ ਸੀਗਾ, ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਰਧਾਲੂ, ਤੇ ਉਹਦਾ ਨਾਂ ਸੀ ਦੁਰਗਾ ਦਾਸ। ਗੁਰੂ ਜੀ ਦਾ ਪਹਿਲਾਂ ਦਾ ਮਿਲਾਪੀ ਸੀ। ਜਦੋਂ ਮਹਾਰਾਜ ਗੰਗਾ ਨਹਾਉਣ ਜਾਂਦੇ ਹੁੰਦੇ, ਹਰ 6 ਮਹੀਨੇ ਬਾਅਦ ਹਾੜੀ ਸੋਣੀ ਬੀਜ ਵੱਢ ਕੇ ਤੇ ਗੁਰੂ ਸਾਹਿਬ ਨੇ ਪੈਦਲ ਹੀ ਚਾਲਾ ਮਾਰ ਦੇਣਾ। ਗੱਡੀਆਂ ਮੋਟਰ ਤਾਂ ਹੁੰਦੀਆਂ ਨਹੀਂ ਸਨ, ਸਾਈਕਲ ਸਕੂਟਰ ਕੋਈ ਹੈ ਨਹੀਂ ਸੀ ਉਹਨਾਂ ਦਿਨਾਂ 'ਚ, ਤੇ ਹੋਰ ਕੋਈ ਵੀ ਸਾਧਨ ਮਹਾਰਾਜ ਨੇ ਨਾ ਵੇਖਣਾ, ਪੈਦਲ ਹੀ ਚਾਲਾ ਮਾਰ ਦੇਣਾ।
ਜਿਉਂ ਬਾਸਰ ਕੇ ਗੱਲਾਂ ਤੋਂ ਤੁਰਨਾ ਤੇ ਹਰਿਦੁਆਰ ਜਾ ਕੇ ਗੰਗਾ ਨਹਾ ਕੇ ਫਿਰ ਰੱਬ ਰੱਬ ਕਰਦਿਆਂ ਵਾਪਸ ਆਉਣਾ। ਗੁਰੂ ਜੀ ਦਾ ਸੁਭਾਅ ਬੜਾ ਅੱਛਾ ਸੀ। ਉਹ ਰਾਹ 'ਚ ਉਹ ਦੁਰਗਾ ਦਾਸ ਬ੍ਰਾਹਮਣ ਦੀ ਧਰਮਸ਼ਾਲਾ ਸੀ। ਉੱਥੇ ਆਏ ਗਏ ਸਾਧੂ ਮਹਾਤਮਾ ਨਿਵਾਸ ਕਰਿਆ ਕਰਦੇ। ਉਹ ਬੰਦਾ ਬੜਾ ਗੁਰਮੁਖ ਸੀਗਾ। ਆਏ ਗਏ ਨੂੰ ਉੱਥੇ ਰਿਹਾਇਸ਼ ਦਿੰਦਾ, ਰੋਟੀ ਪਾਣੀ ਦੀ, ਤੇ ਜਿੰਨਾ ਉਹਦਾ ਵਾਹ ਚੱਲਦਾ ਸਭਨਾਂ ਦੀ ਸੇਵਾ ਕਰਦਾ। ਇੱਕ ਵਾਰ ਗੁਰੂ ਸਾਹਿਬ ਜੀ ਦੁਪਹਿਰੇ ਉੱਥੇ ਆਰਾਮ ਕਰ ਰਹੇ ਸਨ। ਆਉਂਦੇ ਜਾਂਦੇ ਰਸਤੇ ਵਿੱਚ ਠਹਿਰਦੇ ਸੀ ਉੱਥੇ ਧਰਮਸ਼ਾਲਾ 'ਚ, ਤੇ ਗੁਰੂ ਜੀ ਨੇ ਗੋਡੇ ਤੇ ਲੱਤ ਰੱਖੀ ਹੋਈ। ਆਪ ਦਾ ਜਿਹੜਾ ਸੱਜਾ ਚਰਨ ਗੋਡੇ ਤੇ ਰੱਖਿਆ ਹੋਇਆ ਤੇ ਮਹਾਰਾਜ ਦੁਪਹਿਰੇ ਉੱਥੇ ਆਰਾਮ ਫਰਮਾ ਰਹੇ। ਉਹ ਦੁਰਗਾ ਦਾਸ ਆਇਆ। ਉਹਨੇ ਮਹਾਰਾਜ ਦੇ ਚਰਨਾਂ 'ਚ ਪਦਮ ਦਾ ਨਿਸ਼ਾਨ ਵੇਖਿਆ। ਸੱਜੇ ਚਰਨ 'ਚ ਗੁਰੂ ਸਾਹਿਬ ਦੇ ਪਦਮ ਸੀਗਾ। ਉਹ ਸਮੁੰਦਰੀਕ ਗ੍ਰੰਥ ਪੜ੍ਹਿਆ ਹੋਇਆ ਸੀ, ਜਿਹੜਾ ਜੋਤਿਸ਼ ਦਾ ਸਮੁੰਦਰੀਕ ਗ੍ਰੰਥ ਹੈ, ਤੇ ਜੋਤਿਸ਼ ਵਿਦਿਆ ਦਾ ਮਾਹਰ ਸੀ। ਜਦ ਗੁਰੂ ਸਾਹਿਬ ਉੱਠੇ, ਕਹਿਣ ਲੱਗਾ, ਮਹਾਰਾਜ ਤੁਹਾਡੇ ਚਰਨਾਂ ਦੇ ਵਿੱਚ ਪਦਮ ਦੀ ਰੇਖਾ ਮੈਂ ਤੱਕੀ ਹੈ, ਤੁਸੀਂ ਕੋਈ ਸ਼ਹਿਨਸ਼ਾਹ ਹੋ। ਮਹਾਰਾਜ ਕਹਿੰਦੇ ਆਪਾਂ ਤਾਂ ਨਾਰਮਲ ਜੇ ਕਿਰਤੀ ਆ ਭਾਈ। ਕਹਿੰਦੇ ਨਹੀਂ, ਤੁਸੀਂ ਸ਼ਹਿਨਸ਼ਾਹ ਹੋ। ਕੋਈ ਦਿਨ ਆਵੇਗਾ ਤੁਸੀਂ ਰਾਜੇ ਮਹਾਰਾਜੇ ਪ੍ਰਗਟ ਹੋਵੋਗੇ, ਸੰਸਾਰ ਦੇ ਪੂਜਨੀਕ ਬਣੋਗੇ, ਤੁਹਾਡੇ ਸਿਰ ਉੱਪਰ ਛਤਰ ਝੁੱਲੇਗਾ, ਦੁਨੀਆ ਤੁਹਾਡੇ ਚਰਨਾਂ ਦੇ ਨਤਮਸਤਕ ਹੋਵੇਗੀ, ਤੁਸੀਂ ਸੰਸਾਰ ਦੇ ਪੂਜਨੀਕ ਹੋਵੋਗੇ। ਜੇ ਨਹੀਂ ਪ੍ਰਗਟ ਹੋਏ ਤਾਂ ਅੱਗੇ ਆਉਣ ਵਾਲੇ ਸਮੇਂ 'ਚ ਪ੍ਰਗਟ ਹੋਵੋਗੇ। ਗੁਰੂ ਸਾਹਿਬ ਕਹਿਣ ਲੱਗੇ, ਸ਼ਾਬਾਸ਼ ਬ੍ਰਾਹਮਣ, ਤੇਰੀ ਵਿਦਿਆ ਨੂੰ ਸਾਡੀ ਨਮਸਕਾਰ ਹੈ, ਆ ਫੜ ਰੁਪਈਏ ਲੈ। ਕਿਉਂਕਿ ਪੰਡਿਤ ਲੋਕ ਜਿਹੜੇ ਦੱਸਦੇ ਨੇ, ਉਹ ਮਾਇਆਦਿਕ ਦੀ ਸੇਵਾ ਵੀ ਲੈਂਦੇ। ਮਹਾਰਾਜ ਨੇ ਉਹਨੂੰ ਦਸ਼ਨਾ ਦੇਣੀ ਚਾਹੀ। ਕਹਿਣ ਲੱਗਾ, ਨਹੀਂ ਜੀ, ਮੈਂ ਹੁਣ ਕੁਛ ਨਹੀਂ ਲਾਂਗਾ। ਮਹਾਰਾਜ ਕਹਿੰਦੇ ਵੀ ਤੇਰੀ ਵਿਦਿਆ ਨੂੰ ਆਪਾਂ ਨਮਸਕਾਰ ਕਰ ਰਹੇ ਹਾਂ, ਤੂੰ ਮਾਇਆ ਲੈ ਲਾ। ਕਹਿੰਦਾ ਜੀ ਨਹੀਂ, ਜੇ ਆਪ ਤੁਰਠੇ ਹੋ ਤੇ ਮੈਨੂੰ ਵਰ ਦਿਓ ਕਿ ਜਦ ਆਪ ਪ੍ਰਗਟ ਹੋਵੋਗੇ ਤਾਂ ਉਸ ਵਕਤ ਮੈਂ ਜੋ ਵੀ ਤੁਹਾਡੇ ਕੋਲ ਮੰਗ ਮੰਗਾ, ਮੈਨੂੰ ਉਹੀ ਕਿਰਪਾ ਕਰਕੇ ਬਖਸ਼ਿਸ਼ ਕਰਿਓ। ਸੱਚੇ ਪਾਤਸ਼ਾਹ ਕਹਿੰਦੇ, ਜਾ ਭਾਈ, ਤੈਨੂੰ ਅਸੀਂ ਜ਼ਬਾਨ ਦਿੱਤੀ, ਬਚਨ ਦਿੱਤਾ, ਤੇਰੇ ਨਾਲ ਵਾਅਦਾ ਕਰਦੇ ਹਾਂ, ਜੇ ਤੇਰਾ ਬਚਨ ਸੱਚਾ ਹੋਇਆ ਤੇ ਉਸ ਵਕਤ ਜੋ ਵੀ ਤੂੰ ਮੰਗੇਗਾ, ਜੇ ਉਹ ਵਸਤੂ ਸਾਡੇ ਪਾਸ ਹੋਵੇਗੀ ਤਾਂ ਅਸੀਂ ਦੇਣ ਲੱਗਿਆ ਕੰਜੂਸੀ ਨਹੀਂ ਕਰਾਂਗੇ। ਜਿਹੜੀ ਵਸਤੂ ਤੂੰ ਮੰਗੇਗਾ ਜੇ ਸਾਡੇ ਪਾਸ ਹੋਊਗੀ, ਅਸੀਂ ਉਸੇ ਵਕਤ ਦੇ ਦਿਆਂਗੇ ਜੋ ਵੀ ਮੰਗੇਗਾ। ਇੰਜ ਦੁਰਗਾ ਦਾਸ ਨੂੰ ਪ੍ਰਸੰਨ ਕਰਕੇ ਗੁਰੂ ਸਾਹਿਬ ਜੀ ਆਪ ਦੇ ਘਰ ਆਏ। ਸਮਾਂ ਆਇਆ, ਇੱਕ ਪੰਡਿਤ ਨੇ ਗੁਰੂ ਸਾਹਿਬ ਨੂੰ ਬੋਲੀ ਮਾਰੀ ਕਿ ਇੰਨੀ ਉਮਰ ਹੋ ਗਈ, ਅਜੇ ਤੁਸੀਂ ਗੁਰੂ ਵਾਲੇ ਨਹੀਂ ਬਣੇ। ਤਾਂ ਗੁਰੂ ਸਾਹਿਬ ਬੜੇ ਵਿਰਾਗ ਦੇ ਵਿੱਚ ਆਏ। ਤਾਂ ਅੰਮ੍ਰਿਤ ਵੇਲੇ ਬੀਬੀ ਅਮਰੋ ਜੀ ਦੇ ਰਾਹੀਂ ਜਪਜੀ ਸਾਹਿਬ ਦਾ ਪਾਠ ਸੁਣਿਆ ਤੇ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਹੋ ਦੇਵੈ, ਤਉ ਨਾਨਕ ਤ੍ਰਿਸ਼ਟਸ ਦੇਹਾ। ਇਹ ਮਾਰੂ ਰਾਗ ਦੇ ਵਿੱਚ ਸ਼ਬਦ ਸੁਣਿਆ, ਮਹਿਸੂਸ ਕੀਤਾ ਵੀ ਇਹਦੇ 'ਚ ਤਾਂ ਮੇਰੀ ਹੋਈ ਅਵਸਥਾ ਹੈ। ਪੰਡਿਤ ਬੋਲੀ ਮਾਰ ਕੇ ਰਾਤੋਂ ਰਾਤ ਹੀ ਚਲਾ ਗਿਆ। ਬੜੇ ਮਾਰੇ ਥੱਲੇ ਮਾਰੇ ਵੀ ਸਵੇਰੇ ਚਲੇ ਜਾਈ। ਕਹਿੰਦਾ ਨਹੀਂ, ਤੁਸੀਂ ਨਗੂਰੇ ਹੋ, ਮੇਰਾ ਜਾਪਤਾ ਭੰਗ ਕਰ ਦਿੱਤਾ। ਗੁਰੂ ਜੀ ਸਾਰੀ ਰਾਤ ਸੁੱਤੇ ਨਹੀਂ। ਅੰਮ੍ਰਿਤ ਵੇਲੇ ਬਾਣੀ ਸੁਣ ਕੇ ਮਨ ਨੂੰ ਸ਼ਾਂਤੀ ਆਈ। ਬੀਬੀ ਅਮਰੋ ਜੀ ਦੀ ਰਾਹੀਂ ਬੇਨਤੀ ਕਰਕੇ ਖਡੂਰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ। ਲਗਾਤਾਰ 12 ਸਾਲ ਗੁਰਦੁਆਰੇ ਦੀਆਂ ਗਾਗਰਾਂ, ਜਲ ਦੀਆਂ ਢੋਈਆਂ ਸੇਵਾ ਕੀਤੀ। ਗੁਰੂ ਸਾਹਿਬ ਦੀ ਖੁਸ਼ੀ ਪ੍ਰਸੰਨਤਾ ਮਿਲੀ ਤੇ ਮਹਾਰਾਜ ਨੇ ਗੁਰਤਾ ਗੱਦੀ ਦੇ ਮਾਲਕ ਬਣਾ ਦਿੱਤਾ। ਜਦ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਦੇ ਬਿਰਾਜਮਾਨ ਹੋਏ ਤਾਂ ਤੀਰਥ ਉਦਮ ਸਤਿਗੁਰ ਕੀਆ, ਸਭ ਲੋਕ ਉਦਰਨ ਅਰਥਾ। ਗੁਰੂ ਸਾਹਿਬ ਦਾ ਸੁਭਾਅ ਸਾਧੂ ਰੂਪ ਸੀਗਾ। ਮਹਾਰਾਜ ਨੇ ਤੀਰਥ ਇਸ਼ਨਾਨ ਦਾ ਬਹਾਨਾ ਲਾਇਆ ਕਿ ਇਸ ਬਹਾਨੇ ਸੰਗਤਾਂ ਦੀ ਯਾਤਰਾ ਵੀ ਹੋ ਜਾਊਗੀ, ਸਾਧੂਆਂ ਸੰਤਾਂ ਦੇ ਦਰਸ਼ਨ ਵੀ ਕਰ ਆਵਾਂਗੇ। ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ ਮਨ ਨੇ ਤੀਰਥ ਯਾਤਰਾ ਦਾ ਬਹਾਨਾ ਲਾਇਆ
ਤੇ ਜਿਸ ਵਕਤ ਹਰਿਦੁਆਰ ਵਾਲੇ ਪਾਸੇ ਜਾਂਦਿਆਂ ਹੋਇਆਂ ਉਸੇ ਹੀ ਦੁਰਗਾਦਾਸ ਦੀ ਧਰਮਸ਼ਾਲਾ ਦੇ ਵਿੱਚ ਗੁਰੂ ਸਾਹਿਬ ਠਹਿਰੇ। ਮਹਾਰਾਜ ਨੂੰ ਤਾਂ ਕੋਈ ਖਿਆਲ ਨਹੀਂ ਸੀਗਾ। ਉਹ ਬ੍ਰਾਹਮਣ ਨੇ ਗੁਰੂ ਸਾਹਿਬ ਨੂੰ ਪਹਿਚਾਨ ਲਿਆ ਕਿ ਇਹ ਤਾਂ ਉਹੀ ਮਹਾਂਪੁਰਖ ਹਨ। ਕਿੰਨੀਆਂ ਸੰਗਤਾਂ ਸਾਹਿਬਾਂ ਦੇ ਨਾਲ, ਕਿੰਨੇ ਸਾਧੂ ਸੰਤ। ਉਹ ਬੜਾ ਪ੍ਰਸੰਨ ਹੋਇਆ ਦਰਸ਼ਨ ਕਰਕੇ। ਸੇਵਾ ਆਦਿ ਕੀਤੀ। ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਹੱਥ ਜੋੜ ਕੇ ਖੜੋ ਗਿਆ। ਅਰਦਾਸ ਕਰਨ ਲੱਗਾ, ਕਹਿੰਦਾ ਹੇ ਮਹਾਰਾਜ ਸੱਚੇ ਪਾਤਸ਼ਾਹ, ਆਪ ਨੇ ਮੈਨੂੰ ਸ਼ਾਇਦ ਨਾ ਪਹਿਚਾਣਿਆ ਹੋਵੇ। ਮੈਂ ਉਹ ਬ੍ਰਾਹਮਣ ਹਾਂ ਜਿਹਨੇ ਆਪਦੇ ਚਰਨਾਂ 'ਚ ਪਦਮ ਦੀ ਰੇਖਾ ਦੇਖ ਕੇ ਆਪਦੇ ਭਵਿੱਖਤ ਵਾਲੀ ਵਡਿਆਈ ਨੂੰ ਪਹਿਲਾਂ ਦੱਸ ਦਿੱਤਾ ਸੀ। ਮਹਾਰਾਜ ਕਹਿੰਦੇ ਹਾਂ ਭਾਈ, ਮੈਨੂੰ ਯਾਦ ਆ ਗਿਆ। ਕਹਿੰਦੇ ਫਿਰ ਆਪ ਦਾ ਬਚਨ ਪੂਰਾ ਕਰੋ ਜੀ। ਮਹਾਰਾਜ ਕਹਿੰਦੇ ਹਾਂ ਮੈਨੂੰ ਯਾਦ ਆ। ਮੰਗ ਕੀ ਮੰਗਦਾ ਭਾਈ? ਤਾਂ ਉਸ ਵਕਤ ਦੁਰਗਾਦਾਸ ਸੋਚੀ ਪੈ ਗਿਆ। 5 ਮਿੰਟ 10 ਮਿੰਟ 15 ਮਿੰਟ ਮਹਾਰਾਜ ਵੱਲ ਵੇਖੀ ਗਿਆ, ਹੱਥ ਜੋੜੇ ਨੇ, ਕੁਛ ਵੀ ਨਾ ਬੋਲਿਆ। ਡੌਰ ਭੋਰਾ ਜਿਹਾ, ਜਿਸ ਤਰ੍ਹਾਂ ਬੰਦਾ ਉਦਾਸ ਹੋਵੇ, ਇਹ ਤਾਂ ਚਿੰਤਾ ਤੁਰ ਜਿਹਾ ਹੋ ਕੇ ਗੁਰੂ ਸਾਹਿਬ ਦੇ ਦਰਸ਼ਨ ਕਰੀ ਜਾਏ, ਬੋਲੇ ਕੁਛ ਹੈ ਨਾ। ਸਤਿਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਹੇ ਦੁਰਗਾਦਾਸ ਬ੍ਰਾਹਮਣ, ਤੂੰ ਬੋਲਦਾ ਕਿਉਂ ਨਹੀਂ ਭਾਈ? ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ। ਮੈਂ ਤੈਨੂੰ ਕਹਿ ਰਿਹਾ ਵੀ ਜੋ ਮੈਂ ਤੈਨੂੰ ਬਚਨ ਦਿੱਤਾ, ਜੋ ਵੀ ਤੂੰ ਮੰਗੇਗਾ, ਇਸ ਵਕਤ ਜੇ ਮੇਰੇ ਪਾਸ ਉਹ ਚੀਜ਼ ਹੈ ਤਾਂ ਮੈਂ ਤੈਨੂੰ ਦੇਣ ਲੱਗਿਆ, ਗੁਰੇਜ਼ ਨਹੀਂ ਕਰਾਂਗਾ। ਮੰਗ ਕੀ ਮੰਗਦਾ? ਪਰ ਇੱਕ ਸ਼ਰਤ ਹੈ, ਜਾਂ ਤਾਂ ਆਲੋਕ ਦਾ ਸੁੱਖ ਮੰਗ ਲਾ ਜਾਂ ਪਰਲੋਕ ਦਾ ਸੁੱਖ ਮੰਗ ਲਾ, ਦੋਨਾਂ ਚੋਂ ਇੱਕ ਚੀਜ਼ ਮੰਗਣੀ ਹੈ। ਕਹਿੰਦਾ ਮਹਾਰਾਜ ਇਹੀ ਤਾਂ ਸੋਚ ਹੈ। ਜੇ ਤਨ ਦੇਹ ਨਾਮ ਨੈ ਦੇਵੈ, ਜੇ ਤੂੰ ਮੈਨੂੰ ਇਸ ਦੁਨੀਆ ਦਾ ਸੁੱਖ ਦਿੰਦਾ, ਮਤਲਬ ਮਾਇਆ ਦਿੰਦਾ ਹੈ, ਤੇ ਵਾਹਿਗੁਰੂ ਜੀ ਦਾ ਨਾਮ ਨਹੀਂ ਬਖਸ਼ਦਾ, ਨਾਮ ਬਿਹੂਨ ਜਨ ਜਮਪੁਰ ਜਾਏ, ਜੇ ਮੈਂ ਨਾਮ ਨਹੀਂ ਜਪੂੰਗਾ, ਮਾਇਆ 'ਚ ਖਚਤ ਹੋ ਜਾਊਂਗਾ, ਤਾਂ ਤੇਰਾ ਜਨ ਦੁਰਗਾਦਾਸ ਜਮਪੁਰੀ ਨੂੰ ਜਾਊਗਾ। ਤੂੰ ਕਿਹਾ ਇੱਕ ਚੀਜ਼ ਮੰਗ, ਜਾਂ ਮਾਇਆ ਤੇ ਜਾਂ ਮੁਕਤੀ, ਪਰਲੋਕ ਦਾ ਸੁੱਖ। ਜੇ ਮਾਇਆ ਮੈਂ ਮੰਗ ਲਈ, ਜੇ ਤੂੰ ਮੈਨੂੰ ਮਾਇਆ ਦੇ ਵੀ ਦਿੱਤੀ ਤਾਂ ਨਾਮ ਨਹੀਂ ਦਿੱਤਾ, ਤਾਂ ਨਾਮ ਤੋਂ ਬਗੈਰ ਮੈਂ ਜਮਪੁਰੀ ਨੂੰ ਜਾਊਂਗਾ। ਜੇ ਨਾਮ ਦੇਹੇ ਧਨ ਨ ਦੇਵੈ, ਧਨ ਮਹੀਨ ਜਨ ਜਗ ਨ ਸੁਹਾਏ। ਜੇ ਤੂੰ ਮੈਨੂੰ ਨਾਮ ਦਿੰਦਾ ਹੈ ਤੇ ਧਨ ਨਹੀਂ ਦਿੰਦਾ, ਆ ਸੇਵਾ ਕਿਵੇਂ ਹੋਊਗੀ? ਧਰਮਸ਼ਾਲਾ ਦੇ ਵਿੱਚ ਸਾਧੂਆਂ ਦੀਆਂ ਮੰਡਲੀਆਂ ਆਉਂਦੀਆਂ ਰਹਿੰਦੀਆਂ ਨੇ, ਤੇ ਲੋਕ ਤਾਂ ਉਹਨੂੰ ਫਤਿਹ ਵੀ ਨਹੀਂ ਬੁਲਾਉਂਦੇ। ਜੇ ਕੋਈ ਬੁਲਾਵੇ ਵੀ ਉਹਦਾ ਜਵਾਬ ਨਹੀਂ ਦਿੰਦੇ। ਕੀ ਕਾਰਨ? ਵੀ ਕਿਤੇ ਕੋਈ ਡਿਮਾਂਡ ਨਾ ਰੱਖਦੇ, ਕੋਈ ਮੰਗ ਹੀ ਨਾ ਮੰਗ ਲੈ, ਵੇਖ ਕੇ ਮੂੰਹ ਪਰਾਂ ਨੂੰ ਕਰ ਲੈਂਦੇ। ਸਕੇ ਰਿਸ਼ਤੇਦਾਰ, ਸਕਾ ਪਰਿਵਾਰ ਕਿਨਾਰਾ ਕਰ ਜਾਂਦਾ। ਤੇ ਇਸ ਵਾਸਤੇ ਦੁਨੀਆ 'ਚ ਸਤਿਕਾਰ ਹੀ ਪੈਸੇ ਦਾ ਹੈ। ਇਨ ਮਾਇਆ ਕੇ ਤੀਨ ਨਾਮ ਪਰਸੂ ਪਰਸਾ ਪਰਸਰਾਮ। ਜੇ ਮਹਾਰਾਜ ਤੂੰ ਮਾਇਆ ਨਹੀਂ ਦਿੰਦਾ, ਧਨ ਨਹੀਂ ਦਿੰਦਾ, ਤਾਂ ਧਨ ਵਿਹੀਨ ਜਨ ਜਗ ਨਾ ਸੁਹਾਏ। ਮੁੰਡੇ ਕੁੜੀਆਂ ਦੇ ਵਿਆਹ ਕਰਨੇ ਨੇ, ਲੋਕਾਂ ਨੂੰ ਉਹਦਾ ਖਾਣ ਪੀਣ, ਟੀ ਪਾਰਟੀ ਚਾਹੀਦੀ ਹੈ। ਉਹ ਖਾਣਾ ਪੀਣਾ ਕਿਵੇਂ ਚੱਲੂਗਾ? ਵਿਆਹਾਂ ਸ਼ਾਦੀਆਂ ਦੇ ਵਿੱਚ ਖਰਚਾ ਕਿੱਥੋਂ ਕਰਾਂਗੇ? ਪੜ੍ਹਾਈਆਂ ਲਿਖਾਈਆਂ, 100 ਗੱਲਬਾਤ, ਸਾਧੂ ਸੰਤਾਂ ਦੀ ਸੇਵਾ, ਆਪ ਦਾ ਲੀੜਾ ਕੱਪੜਾ ਹੀ ਨਹੀਂ ਮਾਣ, ਕਿਰਿਆ ਕਰਮ, ਆਉਣ ਜਾਣ ਦਾ ਸਾਧਨ, ਬੜਾ ਕੁਛ ਹੈ। ਸੋ ਗ੍ਰਸਤੀ ਬੰਦੇ ਕੋਲ ਜਿੰਨੀ ਵੀ ਮਾਇਆ ਹੋਵੇ ਓਨੀ ਥੋੜ੍ਹੀ ਹੈ, ਤੇ ਸਾਧੂ ਸੰਤਾਂ ਦੇ ਕੋਲ ਤਾਂ ਹੋਰ ਵੀ ਵੱਧ ਚਾਹੀਦੀ ਹੈ। ਕਿਉਂਕਿ ਉਹਨਾਂ ਗੁਰਦੁਆਰੇ ਵੀ ਬਣਾਉਣੇ ਹੁੰਦੇ ਨੇ, ਲੰਗਰ ਵੀ ਲਾਉਣੇ ਹੁੰਦੇ ਹਨ, ਹੋਰ ਕਿਸੇ ਗਰੀਬ ਗੁਰਬੇ ਦੀ ਮਦਦ ਵੀ ਕਰਨੀ ਹੁੰਦੀ ਹੈ, ਉਹਨਾਂ ਕੋਲ ਤਾਂ ਹੋਰ ਵੱਧ ਚਾਹੀਦੀ ਹੈ। ਗ੍ਰਸਤੀ ਨੂੰ ਤਾਂ ਆਪਦੇ 4 ਬੱਚਿਆਂ ਦਾ ਫਿਕਰ ਹੈ, ਤੇ ਸਾਧੂ ਸੰਤਾਂ ਨੂੰ ਤਾਂ ਸਾਰੀ ਸੰਗਤ ਦਾ ਪ੍ਰਬੰਧ ਕਰਨਾ ਪੈਂਦਾ ਹੈ। ਇਸ ਲਈ ਸਾਰਿਆਂ ਨੂੰ ਚਾਹੀਦੀ ਹੈ, ਸੰਤਾਂ ਨੂੰ ਵੀ ਚਾਹੀਦੀ ਹੈ ਤੇ ਗ੍ਰਸਤੀਆਂ ਨੂੰ ਵੀ ਚਾਹੀਦੀ ਹੈ। ਇਹ ਮਹਾਰਾਜ ਇਹੀ ਸੋਚ ਹੈ ਕਿ ਜੇ ਤਾਂ ਮੈਂ ਨਾਮ ਮੰਗਦਾ ਤੇ ਤੂੰ ਨਾਮ ਮੈਨੂੰ ਦਿੰਦਾ, ਤੇ ਧਨ ਨਹੀਂ ਦਿੰਦਾ ਹੈ। ਧਨ ਵਿਹੀਨ ਜਨ ਜਗ ਨਾ ਸੁਹਾਏ। ਧਨ ਤੋਂ ਬਗੈਰ ਜਗਤ ਦੇ ਵਿੱਚ ਤੇਰਾ ਜਿਹੜਾ ਜਨ ਹੈ ਸ਼ੋਭਾ ਨਹੀਂ ਪਾਉਂਦਾ।
ਆਵਤ ਪਈਆ ਖੁਦੇ ਜਾਹੇ। ਸੋ ਆਉਣ ਵਾਲੇ ਜਿਹੜੇ ਰਾਹੀ ਜੋਤੀ ਜੀ ਨੇ ਭੁੱਖੇ ਚਲੇ ਗਏ ਤੇ ਫਿਰ ਕੋਈ ਲਾਭ ਨਹੀਂ ਹੈ ਜ਼ਿੰਦਗੀ ਦਾ। ਤੇ ਇਸ ਵਾਸਤੇ ਵੰਡ ਕੇ ਖਾਣ ਦੀ ਮਰਜ਼ਾਦਾ ਵੀ ਤਾਂ ਹੀ ਨਿਭਦੀ ਹੈ। ਇਸ ਲਈ ਮਹਾਰਾਜ ਹੁਣ ਮੈਨੂੰ ਕੋਈ ਸਮਝ ਨਹੀਂ ਆ ਰਹੀ ਕਿ ਮੈਂ ਨਾਮ ਮੰਗਾ ਕਿ ਧਨ ਮੰਗਾ। ਸ੍ਰੀ ਅਮਰਦਾਸ ਤੇਜੋ ਕੇ ਨੰਦਨ, ਹੇ ਬਾਬਾ ਤੇਜ ਭਾਣ ਜੀ ਦੇ ਸਾਹਿਬਜ਼ਾਦਾ ਤੀਜੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਉ ਭਾਵੈ ਤਿਵ ਬਣਤ ਬਣਾਏ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਕਵੀ ਸੰਤੋਖ ਸਿੰਘ ਦੀ ਕਵਿਤਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਈ ਹੈ। ਜਿਸ ਤਰ੍ਹਾਂ ਦੀ ਸਾਖੀ ਲਿਖਦੇ ਨੇ ਉਸੇ ਤਰ੍ਹਾਂ ਦੀ ਹੀ ਕਵਿਤਾ ਦੇ ਵਿੱਚ ਰਸ ਭਰਦੇ ਹਨ। ਬੜੀ ਅਲੰਕ੍ਰਿਤ ਰਸਮਈ ਉਹਨਾਂ ਦੀ ਕਵਿਤਾ ਹੈ। ਸ਼ਾਮਾਂ ਨੂੰ ਇਸ ਸਥਾਨ ਦੇ ਇਤਿਹਾਸ ਦੀ ਕਥਾ ਹੁੰਦੀ ਹੈ। ਤੋ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਤਿਹਾਸ ਲਿਖਦਿਆਂ ਕਵੀ ਸੰਤੋਖ ਸਿੰਘ ਜੀ ਲਿਖਦੇ, ਉਹਨੇ ਬੇਨਤੀ ਕੀਤੀ ਕਿ ਹੇ ਗੁਰੂ ਅਮਰਦਾਸ ਬਾਬੇ ਤੇਜ ਭਾਣ ਦੇ ਸੁਪੁੱਤਰ ਜੀ, ਜੇ ਭਾਵੈ ਤੇ ਬਣਤ ਬਣਾਏ। ਹੁਣ ਜਿਵੇਂ ਵੀ ਤੈਨੂੰ ਭਾਉਂਦਾ ਚੰਗਾ ਲੱਗਦਾ ਉਸੇ ਤਰ੍ਹਾਂ ਹੀ ਬਣਤ ਬਣਾ। ਤੇਰੀ ਮਰਜ਼ੀ ਹੈ, ਤੂੰ ਦੁਨੀਆ ਦਾ ਸੁੱਖ ਦੇ, ਧਨ ਦੇ ਦੇ, ਤੇਰੀ ਮਰਜ਼ੀ ਹੈ, ਨਾਮ ਦੇ ਦੇ। ਤੇ ਮੈਨੂੰ ਤਾਂ ਮੰਗਣ ਦੀ ਵੀ ਜਾਚ ਨਹੀਂ ਹੈ। ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੈਂ ਮੰਗਾਂ ਤੇ ਮੰਗਾਂ ਕੀ। ਜੋ ਤੇਰੀ ਖੁਸ਼ੀ ਦੇ ਦੇ। ਮੰਗ ਵੀ ਨਹੀਂ ਮੰਗੇ। ਤੋ ਅਰਦਾਸ ਕੀਤੀ ਵੀ ਮਹਾਰਾਜ ਤੇਰੇ ਭਾਣੇ ਵਿੱਚ ਹੀ ਹਾਂ, ਗੁਰਮੁਖ ਤੇਰਾ ਭਾਣਾ ਭਾਵੈ, ਜਿੱਥੇ ਰੱਖੈ ਬੈਕੁੰਠ ਤਥਾਈ। ਇਹ ਨਹੀਂ ਵੀ ਜੇ ਭੁੱਖਾ ਰੱਖਿਆ ਤੇ ਰੱਬ ਨੂੰ ਮਾੜਾ ਕਹਿਣਾ, ਤੇ ਜੇ ਪਰੌਂਠੇ ਦਿੱਤੇ ਨੇ ਤੇ ਫਿਰ ਕਹਿਣਾ ਪ੍ਰਭ ਹੈ ਮਨੋਰਥ ਮੇਰਾ। ਇਹ ਮਹਾਰਾਜ ਇਹੀ ਮੇਰਾ ਮਨੋਰਥ, ਤੂੰ ਧੰਨ ਹੈ, ਇਸ ਤਰ੍ਹਾਂ ਦਿੰਦਾ ਨਹੀਂ। ਜਿੰਨਾ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਮਾਈਆਂ ਬੀਬੀਆਂ ਛੋਟੇ ਛੋਟੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾਏ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤੇ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਰੱਬ ਨੂੰ ਲਾਮਾ ਦਿੱਤਾ ਉਹਨਾਂ ਦਾ ਧਿਆਨ ਨਹੀਂ ਕੋਈ ਧਾਰਦਾ ਹੈ, ਭਾਣਾ ਮੰਨਣ ਵਾਲਿਆਂ ਦਾ ਧਿਆਨ ਧਾਰਦਾ ਹੈ। ਜੇ ਭੁੱਖ ਦੇ ਤਾਂ ਤੁਝੇ ਅਰਾਧੀ। ਇਹ ਗੁਰਦੁਆਰਾ ਹੁਣ ਤਾਂ ਮਹਾਰਾਜ ਨੇ ਬੜਾ ਕੁਛ ਦਿੱਤਾ ਸਾਨੂੰ, ਪਰ ਸਿੰਘਾਂ ਦਾ ਸਮਾਂ ਸੀਗਾ ਜਿਹੜੇ ਸਮੇਂ ਉਹਨਾਂ ਸ਼ਹੀਦੀਆਂ ਦਿੱਤੀਆਂ। ਤੁਸੀਂ ਉਹ ਸਮੇਂ ਵੱਲ ਧਿਆਨ ਮਾਰ ਕੇ ਵੇਖੋ, ਕਿੰਨੇ ਔਖੇ ਵਿਚਾਰੇ ਆਏ ਹੋਣਗੇ। ਪਹਿਲਾਂ ਮੁਦਕੀ ਦਾ ਜੰਗ ਲੜਿਆ, ਕਿਰਪਾਨਾਂ ਖੁੰਡੀਆਂ ਤੇ ਬਸਤਰ ਫਟੇ ਹੋਏ, ਘੋੜਿਆਂ ਦੀਆਂ ਕਾਠੀਆਂ ਦੇ ਗੋਲੀਆਂ ਖਾਂਦੇ, ਹਥਿਆਰ ਦੇ ਨਾਲ ਜ਼ਖਮੀ ਹੋਏ। ਫਿਰ ਪਟਿਆਲੇ ਵੇਖੋ ਕਿੰਨੀਆਂ ਸ਼ਹੀਦੀਆਂ, ਤੇ ਕਿੰਨਾ ਸੇਕ ਲੱਗਾ ਹੋਊਗਾ। ਫਿਰ ਕਿੰਨਾ ਯੁੱਧ ਕਰਦਿਆਂ ਕੜਾਮ ਤੋਪ ਦਾ ਕਿੱਡਾ ਮੋਟਾ ਗੋਲਾ ਹੁੰਦਾ, ਪੱਟ 'ਚ ਲੱਗਾ, ਸੱਜੇ ਪੱਟ 'ਚ। ਕਿੰਨਾ ਦੁੱਖ ਕਸ਼ਟ ਝੱਲਦਿਆਂ ਤੇ ਇੱਥੇ ਆ ਕੇ ਲੁਕੇ ਹੀ ਹੋਣਗੇ। ਇੱਥੇ ਵੀ ਆ ਕੇ ਘੇਰਾ ਪੈ ਗਿਆ। ਤੋ ਜਲ ਪਾਣੀ, ਉੱਥੇ ਲੰਗਰ ਪਾਣੀ ਕਿੱਥੇ, ਕਿੰਨੀਆਂ ਮੁਸ਼ਕਿਲਾਂ ਸੀਗੀਆਂ। ਜਿਹੜੇ 8 ਮਹੀਨੇ ਸਿੰਘ ਭੁੱਖੇ ਰਹੇ, ਚਮਕੌਰ ਦਾ ਯੁੱਧ ਲੜਿਆ, ਵੇਖੋ ਕਿੰਨੀਆਂ ਲਹਿਰਾਂ ਬਹਿਣਾ। ਉੱਥੇ ਵੀ ਬੜਾ ਸੁੰਦਰ ਅਸਥਾਨ ਇਸੇ ਤਰ੍ਹਾਂ ਹੀ ਬਣਿਆ ਹੋਇਆ। ਤੇ ਅੱਜ ਤਾਂ ਮਹਾਰਾਜ ਦੀ ਕਿਰਪਾ, ਪਰ ਉਹਨਾਂ ਦਿਨਾਂ ਦੇ ਵਿੱਚ ਵੇਖੋ 8 ਮਹੀਨਿਆਂ ਦੇ ਭੁੱਖੇ ਸਿੰਘ ਤੇ ਸੁੱਤੇ ਵੀ ਨਹੀਂ, ਕੋਈ ਆਰਾਮ ਨਹੀਂ ਕੀਤਾ, ਜੰਗ ਯੁੱਧ ਲੜੇ, ਪਰ ਫਿਰ ਵੀ ਉਹਨਾਂ ਨੇ ਰੱਬ ਨੂੰ ਲਾਮਾ ਨਹੀਂ ਦਿੱਤਾ। ਵਾਰੇ ਵਾਰੇ ਜਾਈਏ ਉਹਨਾਂ ਸਿੰਘਾਂ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਇੱਕੋ ਬਚਨ ਨਾਲ ਮੁਰਦੇ ਵੀ ਉੱਠ ਕੇ ਖੜੇ ਹੋ ਜਾਂਦੇ ਸੀਗੇ। ਇੰਨੀ ਗੁਰੂ ਸਾਹਿਬ ਦੇ ਬਚਨ 'ਚ ਤਾਕਤ ਸੀਗੀ। ਇਹਨੇ ਵੀ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਤੇ ਛਕਾ ਕੇ ਮੁਰਦਿਆਂ ਨੂੰ ਜਿਉਂਦਾ ਕੀਤਾ। ਜਿਨ੍ਹਾਂ ਪੰਜਾਂ ਦੇ ਸਿਰ ਲਏ ਸੀ ਅੰਮ੍ਰਿਤ ਦਾ, ਕਈ ਕਹਿੰਦੇ ਛੱਟਾ ਮਾਰ ਕੇ, ਜਾਂ ਸਰਕਾਰੀ ਰਿਪੋਰਟ ਹੈ ਵੀ ਉਹਨਾਂ ਦੇ ਡਾਕਟਰਾਂ ਵਾਂਗ ਧੜਾਂ ਦੇ ਧੌਣਾਂ ਨੂੰ ਸਿਉਤਾ ਮਹਾਰਾਜ ਨੇ ਸੂਈ ਧਾਗਾ ਲੈ ਕੇ, ਇੰਜ ਨਹੀਂ ਕੀਤਾ ਹੋਊਗਾ। ਉਹੀ ਇਕੱਠਿਆਂ ਦੇ ਚਾਦਰ ਪਾਤੀ ਹੋਊਗੀ। ਤੇ ਅੰਮ੍ਰਿਤ ਤਾਂ ਬਾਅਦ 'ਚ ਤਿਆਰ ਕੀਤਾ ਉਹਨਾਂ ਨੂੰ ਜਿਉਂਦੇ ਕਰਕੇ, ਤੇ ਉਹ ਖੜੇ ਸੀਗੇ। ਹੁਣ ਵੀ ਮਰਜ਼ਾਦਾ ਵੀ ਜਿਹਨੇ ਅੰਮ੍ਰਿਤ ਛਕਣਾ ਹੋਵੇ ਉਹ ਬਾਟੇ ਕੋਲ ਖੜਾ ਹੁੰਦਾ ਹੈ। ਮਹਾਰਾਜ ਨੇ ਆਪਦੀ ਆਤਮਿਕ ਸ਼ਕਤੀ ਨਾਲ ਅੰਮ੍ਰਿਤ ਤਿਆਰ ਕਰਨ ਤੋਂ ਪਹਿਲਾਂ ਹੀ ਉਹਨਾਂ ਨੂੰ ਜਿਉਂਦੇ ਕਰ ਦਿੱਤਾ। ਸਤਿਗੁਰ ਮੇਲਾ ਸਰਬ ਪ੍ਰਤਪਾਲੈ, ਸਤਿਗੁਰ ਮੇਰਾ ਮਾਰਜ ਵਾਲੈ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਇਹੋ ਜਿਹੇ ਕਰਨੀ ਵਾਲੇ ਸੂਰਮੇ ਕਲਗੀਧਰ ਮਹਾਰਾਜ ਤੋਂ ਉਹਨਾਂ ਨੇ ਵੇਖੋ ਜਾਨ ਮਾਰੀ। ਤੋ ਉਹਨਾਂ ਦੀਆਂ ਕੁਰਬਾਨੀਆਂ ਦਾ ਸਦਕਾ ਹੀ ਸੰਸਾਰ ਉਹਨਾਂ ਨੂੰ ਮੰਨਦਾ ਅਰ ਪੂਜਦਾ ਹੈ। ਗੁਰੂ ਘਰ ਦੀ ਇਹ ਮਰਜ਼ਾਦਾ ਹੈ।
ਵੀ ਇੱਥੇ ਚੰਗਾ ਚੋਖਾ ਖਾ ਕੇ ਹੀ ਅਰਦਾਸ ਨਹੀਂ ਕਰਨੀ। ਜੇ ਰੱਬ ਨਾ ਕਰੇ ਕੋਈ ਇਹੋ ਜਿਹਾ ਸਮਾਂ ਹੋਵੇ, ਮੈਂ ਉਹਦੀ ਇੰਟਰਵਿਊ ਸੁਣੀ ਹੈ ਭੈਣ ਜੀ, ਤੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਸਪੁੱਤਰੀ ਭੈਣ ਹਰਮੀਤ ਸਿੰਘ, ਉਹਨਾਂ ਦੇ ਮਾਤਾ ਜੀ ਦਾ ਨਾਮ, ਦੋਵੇਂ ਮਾਵਾਂ ਦੀਆਂ। ਉਹਨਾਂ ਦੀ ਇੰਟਰਵਿਊ ਸੁਣੀ ਲਾਈਵ ਤੇ। ਕਹਿੰਦੇ ਮੈਨੂੰ ਯਾਦ ਹੈ, ਮੈਂ ਛੋਟੀ ਜਿਹੀ ਉਮਰ ਤੇ ਜੂਨ 84 ਵਿੱਚ ਸਿੰਘ ਮੋਰਚਿਆਂ 'ਚ, ਤੇ ਮੈਂ ਨਾਲ ਨਾਲ ਦਰਸ਼ਨ ਕੀਤੇ। ਇੱਕ ਸਿੰਘ ਛੋਲੇ ਵਰਤਾ ਰਿਹਾ ਸੀ, ਭੁੱਜੇ ਹੋਏ ਛੋਲੇ, ਤੇ ਇੱਕ ਇੱਕ ਮੁੱਠ ਸਾਰਿਆਂ ਨੂੰ ਦਿੰਦੇ। ਤੇ ਜੇ ਕੋਈ ਕਹਿੰਦਾ ਵੀ ਕੀ ਪਤਾ ਕਿੰਨਾ ਸਮਾਂ ਲੱਗਣਾ, ਫਿਰ ਹੋਰ ਦੇ ਦਿੰਦੇ। ਇੰਝ ਜਿਹਾ ਛੋਲੇ ਵਰਤਾ ਰਹੇ। ਤੇ ਇੱਕ ਨੇ ਕਿਹਾ ਵੀ ਲਿਆ ਹੋਰ ਦੇ ਦੇ। ਉਹ ਕਹਿੰਦਾ ਬਸ ਕਰ, ਇੰਨਾ ਟਾਈਮ ਨਹੀਂ ਆਪਣੇ ਕੋਲ ਹੋਣਾ, ਇੰਨੇ ਕਿੱਥੇ ਖਾਏਗਾ ਤੂੰ। ਤੇ ਇਸ ਵਾਸਤੇ ਇਹ ਤਾਂ ਹੁਣ ਮਿੰਟਾਂ ਸਕਿੰਟਾਂ 'ਚ ਹੀ ਕੰਮ ਹੋ ਜਾਣਾ। ਮਤਲਬ ਹਾਸੇ ਮਖੌਲ ਦੇ ਵਿੱਚ ਉਹਨਾਂ ਨੇ ਕੋਈ ਅਫਸੋਸ ਜਾਂ ਦੁੱਖ ਕਲੇਸ਼ ਨਹੀਂ ਮੰਨਿਆ। ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰਮੰਤਰ ਹਿਰਦੈ ਹੋਏ। ਤੇ ਉਹ ਇੰਟਰਵਿਊ 'ਚ ਉਹਨਾਂ ਦੱਸਿਆ ਵੀ ਉਹ ਸਿੰਘ ਬੜੇ ਪ੍ਰਸੰਨ ਖੁਸ਼, ਇੱਕ ਦੂਜੇ ਨੂੰ ਮਖੌਲ ਕਰਦੇ ਸੀਗੇ ਵੀ ਇਹਨੇ ਕਿੱਥੋਂ ਖਾਏਗਾ, ਇਹਨਾਂ ਟਾਈਮ ਹੀ ਨਹੀਂ ਹੈ। ਤੇ ਇਸ ਵਾਸਤੇ ਐਸੇ ਕੁਰਬਾਨੀ ਵਾਲੇ ਮਹਾਂਪੁਰਖ, ਗੁਰੂ ਘਰ ਦੀ ਮਰਜ਼ਾਦਾ, ਕਿਸੇ ਵੀ ਪੀਰ ਪੈਗੰਬਰ ਔਲੀਏ ਅਵਤਾਰ ਨੇ ਭੁੱਖ ਨੂੰ ਦੁੱਖ ਨੂੰ ਰੱਬ ਦੀ ਦਾਤ ਨਹੀਂ ਆਖਿਆ। ਜੇ ਆਖਿਆ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ। ਅਰ ਮਰਦਾਨੇ ਨੂੰ ਪੈਰ ਪੈਰ ਤੇ ਇਹੀ ਸਮਝਾਉਂਦੇ ਸੀ, ਜੇ ਨਾਰਾਜ਼ਗੀ ਵੀ ਮੰਨਦਾ ਜਾਂ ਕੋਈ ਢਿੱਲਾ ਜਿਹਾ ਬਚਨ ਕਰਦਾ ਮਾਰੇ, ਕਹਿੰਦੇ ਚੜ੍ਹਦੀ ਕਲਾ 'ਚ ਰਹੋ ਭਾਈ, ਤੈਨੂੰ ਅਸੀਂ ਭੁੱਖੇ ਨਹੀਂ ਮਰਨ ਦਿੰਦੇ। ਤੇ ਇਸ ਵਾਸਤੇ ਤੂੰ ਘਬਰਾ ਨਾ। ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਬਚਨ ਹੈ ਸ੍ਰੀ ਜਪਜੀ ਸਾਹਿਬ ਦੇ ਵਿੱਚ, ਤੁਸੀਂ ਨਿਤ ਪੜ੍ਹਦੇ ਹੋ, ਕੀਤਿਆਂ ਦੁਖ ਭੂਖ ਸਦ ਮਾਰ, ਇਹ ਪੇਦਾਤ ਤੇਰੀ ਦਾਤਾਰ। ਗੱਜ ਗਿਆ ਖੋ ਸਤਨਾਮ। ਕਿਸੇ ਵੀ ਗ੍ਰੰਥ 'ਚੋਂ ਇਸ ਤਰ੍ਹਾਂ ਦਾ ਬਚਨ ਲੱਭ ਕੇ ਦਿਖਾਓ, ਗੀਤਾ ਦੇ ਵਿੱਚੋਂ ਜਾਂ ਕੁਰਾਨ ਦੇ ਵਿੱਚੋਂ। ਜੇ ਮਹਾਰਾਜ ਦਾ ਭਾਣਾ ਮੰਨਣਾ, ਜਿੰਨਾ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਉਹਨਾਂ ਕਿਸੇ ਹੋਰ ਨੇ ਨਹੀਂ ਦਿੱਤਾ ਇਹ ਉਪਦੇਸ਼। ਸੋ ਭਾਣੇ ਵਿੱਚ ਪ੍ਰਸੰਨ ਰਹਿਣਾ ਸਭ ਤੋਂ ਉੱਤਮ ਗੁਰੂ ਘਰ ਦੀ ਮਰਜ਼ਾਦਾ। ਕਹਿੰਦੇ ਦੁੱਖ ਤੇ ਭੁੱਖ ਇਹ ਵਾਹਿਗੁਰੂ ਤੇਰੀ ਦਾਤ ਹੈ। ਜ਼ਰੂਰੀ ਨਹੀਂ ਵੀ ਤੂੰ ਰੋਟੀਆਂ ਦਿੱਤੀਆਂ ਤੇ ਇਹੀ ਦਾਤ ਹੈ, ਤੂੰ ਸਾਨੂੰ ਗੱਡੀਆਂ ਮੋਟਰਾਂ ਕਾਰਾਂ ਸੋਹਣੇ ਮਹੱਲ ਦਿੱਤੇ ਨੇ ਇਹੀ ਤੇਰੀ ਦਾਤ ਹੈ। ਆਪਾਂ ਸੁੱਖ ਨੂੰ ਦਾਤ ਮੰਗਦੇ ਹਾਂ, ਮਨ ਨੇ ਦੁੱਖ ਤੇ ਭੁੱਖ ਨੂੰ ਦਾਤ ਆਖਿਆ। ਮਤਲਬ ਭਾਣੇ 'ਚ ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਜੇ ਭੁੱਖਾ ਰੱਖੇ ਤਾਂ ਵੀ ਅਸੀਂ ਆਪਦੇ ਆਪ ਨੂੰ ਰੱਜਿਆ ਮੰਨੀਏ। ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ, ਦੁੱਖ ਦੇ ਵਿੱਚ ਅਸੀਂ ਸੁੱਖ ਕਰਕੇ ਮੰਨੀਏ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਭਾਈ ਮਤੀ ਦਾਸ, ਭਾਈ ਮਨੀ ਸਿੰਘ, ਭਾਈ ਸਤੀ ਦਾਸ, ਵੇਖੋ ਚੜ੍ਹਦੀ ਕਲਾ 'ਚ। ਬਾਬਾ ਤਾਰੂ ਸਿੰਘ ਸਾਹਿਬ, ਕਿਤੇ ਰੱਬ ਨੂੰ ਲਾਮਾ ਵਾਲੀ ਗੱਲ ਨਹੀਂ ਹੈ। ਮਹਾਰਾਜ ਦੇ ਭਾਣੇ 'ਚ ਪ੍ਰਸੰਨ ਰਹੇ। ਤੋ ਇੰਝ ਮੈਂ ਬਚਨ ਕਰ ਰਿਹਾ ਸੀ ਅਰਦਾਸ ਦਾ, ਤੇ ਬੜੀ ਆਪਾਂ ਦੂਰ ਚਲੇ ਗਏ। ਅਰਦਾਸ ਦੇ ਵਿੱਚ ਜ਼ਰੂਰੀ ਨਹੀਂ ਵੀ ਆਪਾਂ ਇਹੀ ਦਾਤਾ ਮੰਗੀਏ ਜਾਂ ਸੁੱਖ ਮੰਗੀਏ। ਸੋ ਭਾਣੇ ਦੀ ਵੀ ਅਰਦਾਸ ਹੋਣੀ ਚਾਹੀਦੀ ਹੈ ਕਿ ਜਿੱਥੇ ਰੱਖਿਆ ਬੈਕੁੰਠ ਤਤਾਈ ਸੱਚੇ ਪਾਤਸ਼ਾਹ। ਸਭ ਤੋਂ ਵੱਡੀ ਇਹ ਦਾਤ ਹੈ ਵੀ ਜਿੱਥੇ ਰੱਖੇ ਸਾਨੂੰ ਇਉਂ ਜਾਪੇ ਆਪਾਂ ਸੱਚਖੰਡ 'ਚ ਹੀ ਬੈਠੇ ਹੋਏ ਹਾਂ। ਸਾਡਾ ਜੇ ਮਨ ਸੁਖੀ ਹੈ ਤੇ ਤਨ ਵੀ ਸੁਖੀ ਹੈ। ਫਰੀਦ ਸਾਹਿਬ ਵੱਲ ਝਾਤੀ ਮਾਰ ਕੇ ਵੇਖੋ, ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੇ ਕਾਗ, ਅਜੇ ਸੋ ਰੱਬ ਨਾ ਬਹੁੜਿਓ, ਦੇਖ ਬੰਦੇ ਕੇ ਭਾਗਾਂ ਨੂੰ ਹੀ ਕੋਸਿਆ, ਰੱਬ ਨੂੰ ਮਾੜਾ ਨਹੀਂ ਆਖਿਆ। ਮਤਲਬ ਫਿਰ ਵੀ ਇੰਨੇ ਕਸ਼ਟ ਵਿੱਚ ਵੀ ਮਹਾਰਾਜ ਦੇ ਭਾਣੇ 'ਚ ਰਹੇ। ਇਸ ਲਈ ਮਹਾਰਾਜ ਫਰਮਾਉਂਦੇ ਨੇ, ਗੋਹਜ ਗਲ ਜੀ ਕੀ ਕੀਚੈ ਸਤਿਗੁਰੂ ਪਾਸ। ਕੋਈ ਤੁਹਾਨੂੰ ਦੁੱਖ ਹੈ ਜਾਂ ਕਲੇਸ਼ ਹੈ ਜਾਂ ਕਿਸੇ ਨੇ ਪਰੇਸ਼ਾਨੀ ਦਿੱਤੀ ਹੈ, ਆਨੰਦ ਸਾਹਿਬ ਦਾ ਪਾਠ ਪੜੋ, ਪੂਰਾ ਹੋ ਜਾਏ ਤਾਂ ਬਹੁਤ ਵਧੀਆ ਹੈ। ਨਹੀਂ ਪ੍ਰਸ਼ਾਦ ਮਿਲਦਾ ਤੇ ਮਾਇਆ ਗੋਲਕ 'ਚ ਪਾ ਕੇ ਜੋ ਵੀ ਤੇਲ ਫੁੱਲ ਹੈ ਹੱਥ ਜੋੜ ਕੇ ਜੋ ਵੀ ਤੁਹਾਨੂੰ ਆਉਂਦਾ, ਦਸਾਂ ਪਾਤਸ਼ਾਹੀਆਂ, ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ ਦਾ ਨਾਂ ਲੈ ਕੇ, ਬਾਬਾ ਜੀ ਦਾ ਨਾਂ ਲੈ ਕੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰ ਦਿਓ। ਤਾਂ ਸਰਬ ਸੁਖ ਪਾਈਐ। ਜਿਵੇਂ ਡਾਕਟਰ ਫੋੜੇ ਨੂੰ ਚੀਰਦਾ ਹੈ, ਉਦੋਂ ਦਾ ਸਾਨੂੰ ਸੀ ਨਿਕਲਦੀ ਹੈ, ਟੀਕਾ ਲਾਉਂਦਾ, ਦੁੱਖ ਲੱਗਦਾ, ਪਰ ਉਸ ਤੋਂ ਬਾਅਦ ਤਾਂ ਸੁੱਖ ਹੀ ਮਿਲਦਾ।
ਖਬਰਿਆ ਜੀ ਮਹਾਰਾਜ ਨੇ ਦੁੱਖ ਦਿੱਤਾ, ਕੀ ਪਤਾ ਕਰਮ, ਕੀ ਪਤਾ ਕਿਸ ਤਰ੍ਹਾਂ ਦਾ ਸੀ, ਕੱਟ ਦਿੱਤਾ। ਇੰਜ ਮਹਾਰਾਜ ਨੂੰ ਆਖੋ ਵੀ ਜੇ ਵੀ ਜੋ ਵੀ ਕੁਛ ਤੂੰ ਕਰ ਰਿਹਾ ਸਾਨੂੰ ਸਹੀ ਜਾਪੇ ਤੇ ਸਾਨੂੰ ਕਿਰਪਾ ਕਰ, ਭਾਣੇ 'ਚ ਪ੍ਰਸੰਨ ਰੱਖ ਤੇ ਖੁਸ਼ੀ ਪ੍ਰਸੰਨਤਾ ਦੇ, ਤਾਂ ਮਹਾਰਾਜ ਦੇ ਘਰੋਂ ਸਾਰੇ ਸੁੱਖ ਤੁਸੀਂ ਪਾ ਲਵੋਗੇ। ਗੁਰਪੂਰਾ ਹਰਿ ਉਪਦੇਸ਼ ਦੇ। ਇਹ ਗੁਰੂ ਪੂਰਾ ਹੈ, ਅਧੂਰਾ ਨਹੀਂ ਹੈ। ਜੋ ਵੀ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਤੁਹਾਨੂੰ ਸ਼ਬਦ ਦਿੰਦਾ ਹੈ, ਉਪਦੇਸ਼ ਬਖਸ਼ਦਾ ਹੈ। ਬੋਰਡ ਦੇ ਉੱਪਰ ਸ਼ਬਦ ਹੁਕਮਨਾਮਾ ਲਿਖਿਆ ਹੁੰਦਾ, ਕੋਈ ਕੀਰਤਨ 'ਚ ਸ਼ਬਦ ਚੱਲਦਾ ਤੁਹਾਡੇ ਕੰਨੀ ਪਏ। ਪਹਿਲੀ ਵਾਰ ਮੈਂ ਟਕਸਾਲ 'ਚ ਆਇਆ ਤੇ ਮੈਨੂੰ ਅੱਜ ਤੱਕ ਯਾਦ ਹੈ ਵੀ ਸ਼ਬਦ ਦਾ ਕੀਰਤਨ ਚੱਲ ਰਿਹਾ ਸੀ, ਬੇਗਮਪੁਰਾ ਸ਼ਹਿਰ ਕੋ ਨਾਉ। ਮੈਂ ਕਿਹਾ ਵੀ ਹੁਣ ਨਹੀਂ ਮਰਦੇ। ਹੁਣ ਆਪਾਂ ਨੂੰ ਖੁਸ਼ੀ ਮਿਲ ਗਈ ਕਿਉਂਕਿ ਬੇਗਮਪੁਰੇ 'ਚ ਮਹਾਰਾਜ ਨੇ ਲਿਆਂਦਾ। ਔਰ ਸੱਚਮੁੱਚ ਹੀ ਮੈਂ ਗੁਰਦੁਆਰੇ ਦਾ ਮਾਹੌਲ ਵੇਖਿਆ ਵੀ ਜਿਸ ਤਰ੍ਹਾਂ ਕੋਈ ਸਵਰਗਪੁਰੀ, ਦੁਨੀਆ ਤੋਂ ਉੱਪਰ ਅਲੱਗ ਕੋਈ ਅਸਥਾਨ ਹੋਵੇ। ਇੰਜ ਮਹਾਂਪੁਰਖਾਂ ਸਾਨੂੰ ਆਪਦੀ ਖੋਚ, ਜਿਸ ਤਰ੍ਹਾਂ ਬੱਚਾ ਮਾਂ ਦੀ ਖੋਚ ਸੁੱਖ ਲੈਂਦਾ ਤੇ ਦੁਨੀਆ ਦਾ ਕੁਛ ਪਤਾ ਨਹੀਂ ਤੇ ਕੋਈ ਪਰੇਸ਼ਾਨੀ, ਕੋਈ ਚਿੰਤਾ ਨਹੀਂ, ਗੇਟੋਂ ਬਾਹਰ ਹੋ ਜਾਣਾ ਤੇ ਸਾਰੀਆਂ ਪ੍ਰੋਬਲਮਾਂ ਖੜੀਆਂ ਹੋ ਜਾਣੀਆਂ, ਗੇਟ ਦੇ ਅੰਦਰ ਆ ਜਾਣਾ, ਸਭ ਕੁਝ ਭੁੱਲ ਜਾਣਾ। ਮਾਣਕ ਰਾਗੀ ਅੱਜ ਕੱਲ੍ਹ ਅਮਰੀਕਾ ਦੇ ਵਿੱਚ ਹੈ, ਉਹ ਸ਼ਬਦ ਪੜ੍ਹ ਰਿਹਾ ਸੀ, ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਹੀਂ ਤੇ ਠਾਓ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਹਿ ਖੂਬ ਵਤਨ ਗਏ ਪਾਈ, ਊਹਾਂ ਖੈਰ ਸਦਾ ਮੇਰੇ ਭਾਈ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਹੀ, ਆਬਾ ਦਾਨ ਸਦਾ ਮਸ਼ਹੂਰ, ਊਹਾਂ ਗਨੀ ਬਸੇ ਮਾਮੂਰ, ਤੇ ਤਿਉ ਤਿਉ ਸੈਲ ਕਰੇ ਜਿਉ ਭਾਵੈ, ਮਹਿਰ ਮਹਿਲ ਨਾ ਕੋ ਅਟਕਾਵੈ, ਕਹਿ ਰਵਿਦਾਸ ਖਲਾਸ ਤੁਮਾਰਾ, ਜੋ ਹਮ ਸਹਿਰੀ ਸੋ ਮੀਤ ਹਮਾਰਾ। ਮੈਂ ਉਸੇ ਦਿਨ ਸ਼ਬਦ ਯਾਦ ਕਰ ਲਿਆ। ਸ਼ਬਦ ਮਹਾਰਾਜ ਨੇ ਬੜਾ ਸੋਹਣਾ ਬਖਸ਼ਿਆ। ਤੋ ਇਸ ਵਾਸਤੇ ਜਦ ਮਹਾਰਾਜ ਸ਼ਬਦ ਦਿੰਦੇ, ਉਪਦੇਸ਼ ਦਿੰਦੇ ਹਨ, ਸਭ ਭੁੱਖਾ ਲਹਿ ਜਾਈਐ। ਇਹ ਨਹੀਂ ਵੀ ਗੁਰਦੁਆਰੇ ਨੂੰ ਰੋਟੀ ਖਾ ਕੇ ਹੀ ਸਾਡੀ ਭੁੱਖ ਲੈਣੀ ਹੈ ਜਾਂ ਚਾਹ ਪੀ ਕੇ ਹੀ ਅਸੀਂ ਗਰਮ ਹੋਣਾ। ਤੁਸੀਂ ਕਥਾ ਸੁਣੋ, ਕੀਰਤਨ ਸੁਣੋ, ਮਹਾਰਾਜ ਦੇ ਸ਼ਬਦ ਦਾ ਜਾਪ ਜਪੋ, ਤਾਂ ਮਨ ਦੀਆਂ ਭੁੱਖਾਂ ਜਨਮਾਂ ਜਨਮਾਤਰਾਂ ਦੀਆਂ ਉਤਰ ਜਾਂਦੀਆਂ ਹਨ। ਜਿਸ ਪੂਰਬ ਹੋਵਾ ਲਿਖਿਆ। ਇੱਥੇ ਦੋ ਤਰ੍ਹਾਂ ਦੇ ਲੰਗਰ ਚੱਲਦੇ ਨੇ, ਇੱਕ ਤਾਂ ਸਰੀਰ ਦੀ ਖੁਰਾਕ ਦਾ ਹੈ, ਇੱਕ ਰੂਹ ਦੀ ਖੁਰਾਕ ਦਾ ਹੈ। ਪਰ ਜਿਹਦੇ ਮੱਥੇ ਦੇ ਪਿਛਲੇ ਕਰਮਾਂ ਦੇ, ਨਿਸ਼ਕਾਮ ਕਰਮਾਂ ਦੇ ਪ੍ਰੇਰੇ ਵਾਹਿਗੁਰੂ ਨੇ ਗੁਰਾਂ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੋਏ, ਸੋ ਹਰ ਗੁਣ ਗਾਈਐ। ਉਹੀ ਗੁਰਾਂ ਦੁਆਰਾ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹੈ। ਜਾਂ ਪਹਿਲਾਂ ਜਨਮ ਤੋਂ ਲੈ ਕੇ ਗੁਰਾਂ ਦੀ ਸੰਗਤ ਦੁਆਰਾ ਆਪਣਾ ਜੀਵਨ ਸਵਾਰਨ ਵਾਲੇ ਕਰਮ ਕਰ ਲਏ ਨੇ, ਉਹਨੂੰ ਪੂਰਬਲੇ ਨਿਸ਼ਕਾਮ ਕਰਮਾਂ ਦੀ ਲਿਖਤ ਅਨੁਸਾਰ ਇਹ ਜੀਵਨ ਸਵਾਰਨ ਵਾਲਾ ਕਰਮ ਫਲ ਪ੍ਰਾਪਤ ਹੁੰਦਾ। ਇਸੇ ਕਰਕੇ ਉਹ ਹਰੀ ਦੇ ਗੁਣਾਂ ਨੂੰ ਸਾਰੀ ਜ਼ਿੰਦਗੀ ਭਰ ਗਾਉਂਦਾ ਰਹਿੰਦਾ ਤੇ ਨਿਹਾਲ ਹੋ ਜਾਂਦਾ। ਹਉ ਹਰ ਜਪ ਪਈ ਨਿਹਾਲ ਨਿਹਾਲ ਨਿਹਾਲ। ਹਾਲ ਨਾਮ ਹੈ ਦੁੱਖਾਂ ਦਾ, ਨੇ ਨਾਮ ਹੈ ਰਹਿਤ ਦਾ। ਨਿਹਾਲ ਦਾ ਮਤਲਬ ਹੈ ਦੁੱਖਾਂ ਤੋਂ ਰਹਿਤ। ਸੋ ਹਰੀ ਦਾ ਜਾਪ ਵੀ ਕਰ ਸਕਦਾ। ਮਹਾਰਾਜ ਦੀ ਬਾਣੀ ਕਥਾ ਕੀਰਤਨ ਦੇ ਵਿੱਚ ਇਤ ਜੋੜੀਏ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਦੋ ਸਮਤ ਬਖਸ਼ੋ ਜੀ। ਗੁਰਪੂਰਾ ਹਰਿ ਉਪਦੇਸ਼ ਦੇ, ਸਭ ਭੁੱਖਾ ਲਹਿ ਜਾਈਐ। ਜਿਸ ਪੂਰਬ ਹੋਵੈ ਲਿਖਿਆ, ਸੋ ਹਰ ਗੁਣ ਗਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ। ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤੰਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਵੇ ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾਂ ਸਮਰੱਥ ਸੁਆਮੀ ਸੁਖ ਮਨੋ ਵਿਸਾਰੇ। ਕਹਿ ਨਾਨਕ ਮਨ ਮੇ ਨਾਲੇ ਸਾਚੇ ਸਾਹਿਬਾ। ਕਿਆ ਨਹੀਂ ਕਰਦੇ ਕਰਤਾ ਤੇਰਾ ਸਭ ਕਿਛ ਹੈ।